ਭਾਖੜਾ ਤਾਂ ਹੀ ਬਣਦਾ ਜੇ ਨੈਸ਼ਨਲ ਐਂਡੀਵਰ ਹੋਵੇ। ਕੋਈ ਵੀ ਵੱਡੇ ਵੱਡੇ ਪ੍ਰੋਜੈਕਟ ਤਾਂ ਹੀ ਬਣਦੇ ਆ ਜੇ ਨੈਸ਼ਨਲ ਐਂਡੀਵਰ ਹੋਵੇ, ਲੋਕ ਇਕੱਠੇ ਹੋ ਕੇ ਕਰਨ। ਉਸ ਦੀ ਨਸਲਕੁਸ਼ੀ ਦੀ ਤਿਆਰੀ ਹੋਈ ਕਿ ਇਹਨਾਂ ਕੋਲੋਂ ਪਹਿਲਾਂ ਜ਼ਮੀਨਾਂ ਤੇ ਸੀਲਿੰਗ ਲਾਓ। ਪਹਿਲਾਂ ਤਾਂ ਉੱਧਰੋਂ ਹੀ ਜ਼ਮੀਨਾਂ ਅੱਧੀਆਂ ਵੀ ਨਹੀਂ ਮਿਲੀਆਂ ਲੋਕਾਂ ਨੂੰ ਪਾਕਿਸਤਾਨ ਤੋਂ ਆ ਕੇ। ਦੁਨੀਆ ਭਰ ਵੀ ਜ਼ਮੀਨ ਦਾ ਪਾਣੀ ਉਹ ਪੀਣ ਲਈ ਹੈ, ਨਾ ਕਿ ਵੇਚਣ ਲਈ ਹੈ। ਅਸੀਂ ਉਹ ਪਾਣੀ ਵੇਚਦੇ। ਉਹਨਾਂ ਨੇ ਨੈਸ਼ਨਲ ਇਸ਼ੂ ਬਣਾ ਕੇ ਦੂਜੇ ਪਾਸੇ ਦੇ ਦਿੱਤਾ, ਜੋ ਕਿ ਦੇਣਾ ਇੱਧਰ ਚਾਹੀਦਾ ਸੀ, ਕਿਉਂਕਿ ਸਾਡੇ ਕੋਲੋਂ ਫਸਲਾਂ ਪੈਦਾ ਕਰਵਾਉਣੀਆਂ। ਜਿਹੜੀ ਇੰਡਸਟਰੀ ਹੈ ਉਹ ਐਗਰੀਕਲਚਰ ਵਿੱਚ ਆ ਕੇ ਪੂਰੀ ਤਰ੍ਹਾਂ ਕਾਬਜ਼ ਹੋ ਚੁੱਕੀ ਹੈ। ਤੋ ਇਸ ਵੇਲੇ ਪੰਜਾਬ ਦੀ ਜਿਹੜੀ ਐਗਰੀਕਲਚਰ ਆ, ਐਗਰੀਕਲਚਰ ਨਾ ਹੋ ਕੇ ਉਹ ਇੰਡਸਟਰੀਅਲ ਪ੍ਰੋਡਕਸ਼ਨ ਦਾ ਹੱਬ ਬਣ ਚੁੱਕੀ ਹੈ। ਯਾਨੀ ਇਹ ਸਟੇਟ ਦਾ ਪਾਵਰ ਨਿਊਕਲੀਅਸ ਨਹੀਂ ਹੈ। ਅੱਛਾ ਜੀ, ਨੌਨ ਸਟੇਟ। ਇਹ ਨੌਨ ਸਟੇਟ ਪਾਵਰ ਨਿਊਕਲੀਅਸ ਆਫ ਦੀ ਪੀਪਲ ਹੈ। ਠੀਕ ਹੈ, ਠੀਕ ਹੈ ਜੀ। ਤੇ ਪੀਪਲ ਕੁਦਰਤੀ ਗੱਲ ਹੈ, ਸਿੱਖ। ਤੇ ਉਹ ਸਾਡਾ ਭਾਈ ਜਰਨੈਲ ਸਿੰਘ ਭਿੰਡਰਾਂਵਾਲਾ ਜਿਹੜਾ ਸ਼ਹੀਦ ਹੋ ਗਏ, ਉਹ ਸਾਡੇ ਮਾਈਂਡ ਦਾ ਸੀਗਾ। ਯਾਨੀ ਕਿ ਉਹ ਵੀ ਤਖਤਾਂ ਦੀ ਜਿਹੜੀ ਮਰਿਆਦਾ ਹੈ, ਉਹਨਾਂ ਦੀ ਮਰਿਆਦਾ ਤੇ ਸਵਾਲ ਚੁੱਕਦੇ ਸੀ। ਇਹ ਨਹੀਂ ਹੈ ਕਿ ਜੋ ਅਕਾਲ ਤਖਤ ਨੇ ਕਹਿ ਦਿੱਤਾ ਉਹ ਅਕਾਲ ਦਾ ਹੁਕਮ ਹੈ। ਅਕਾਲ ਦਾ ਹੁਕਮ ਕਦੇ ਹੋ ਸਕਦਾ? ਬੰਦੇ ਕਦੇ ਅਕਾਲ ਦਾ ਹੁਕਮ ਨਹੀਂ ਮੰਨ ਸਕਦੇ। ਐਕਚੁਅਲੀ ਜਿਹੜੀ ਸਿੱਖੀ ਹੈ ਨਾ, ਇਹ ਮੰਦਰ ਧਰਮ ਨਹੀਂ ਹੈ, ਟੈਂਪਲਰ ਰਿਲੀਜਨ ਨਹੀਂ ਹੈ। ਇਹ ਜਿਹੜਾ ਆਇਆ ਸਿਸਟਮ, ਇਹ ਆਇਆ ਵੈਸਟ ਤੋਂ, ਜਿਊਜ਼ ਤੋਂ ਤੇ ਕ੍ਰਿਸਚਨ ਦਾ ਇਹ ਸਿਸਟਮ ਹੈਗਾ, ਚਰਚ ਰਿਲੀਜਨ ਵਾਲਾ। ਹੁਣ ਤਾਂ ਲਗਭਗ 100 ਤੋਂ ਉੱਪਰ ਮੁਲਕ ਹੈ ਜਿੱਥੇ ਬੈਠੇ ਆ, ਉਹ ਸਭ ਦਾ ਜਿਹੜਾ ਕੇਂਦਰ ਆ ਉਹਨਾਂ ਨੇ ਮੰਨ ਲਿਆ। ਗੁਰੂ ਸਾਹਿਬ ਨੇ ਨਹੀਂ ਬਣਾਇਆ, ਇਹ ਸਿੱਖਾਂ ਨੇ ਆਪ ਮੰਨ ਲਿਆ, ਕਿਉਂਕਿ ਸਿੱਖਾਂ ਨੂੰ ਹੱਕ ਹਾਸਿਲ ਹੈ ਕਿ ਉਹ ਇਕੱਠੇ ਹੋ ਕੇ ਜੋ ਮੰਨ ਲੈਣ, ਠੀਕ ਹੈ, ਉਹਨਾਂ ਦਾ ਡੈਮੋਕ੍ਰੈਟਿਕ ਰਾਈਟ ਹੈ। ਹਿੰਦੂ ਪਾਇਆ, ਮੁਸਲਮਾਨ ਪਾਇਆ, ਉੱਥੇ ਨਾਨਕਪੰਥੀ ਨਹੀਂ ਪਾਇਆ। ਨਾਨਕਪੰਥੀ ਪਾਇਆ ਹੁੰਦਾ ਤਾਂ ਮੇਰਾ ਖਿਆਲ ਹੈ ਇੰਡੀਆ ਦੀ ਡਿਵੀਜ਼ਨ ਨਹੀਂ ਸੀ ਹੋਣੀ ਪਾਕਿਸਤਾਨ। ਬਿਲਕੁਲ। ਸਾਡੇ ਜਿਹੜੀਆਂ ਸੰਸਥਾਵਾਂ ਨੇ ਉਹਦੇ ਕਿਰਦਾਰ ਦੀ ਨਸਲਕੁਸ਼ੀ ਹੋ ਰਹੀ ਹੈ। ਅਕਾਲ ਕਦੇ ਤਖਤ ਦੇ ਰੂਪ 'ਚ ਨਹੀਂ ਆਉਂਦਾ। ਅਕਾਲ ਦਾ ਤਖਤ ਹੈ ਜਿਹੜਾ ਉਹ ਨਿਰਗੁਣ ਹੈ। ਸੋ ਸਾਡਾ ਉਹਦਾ ਨਾਂ ਸੀ ਅਕਾਲ ਬੁੰਗਾ, ਤਖਤ ਅਕਾਲ ਬੁੰਗਾ। ਤਖਤ ਸੀਗਾ ਉਹ ਖਾਲਸੇ ਦਾ। ਖਾਲਸੇ ਨੂੰ ਉੱਥੇ ਬਹਿ ਕੇ ਗੁਰਮਤਿ ਕਰਕੇ ਫੈਸਲੇ ਲੈਣੇ ਹੁੰਦੇ ਸੀ, ਤੇ ਉਹ ਬਿਲਡਿੰਗ ਦਾ ਨਾਂ ਸੀ ਅਕਾਲ ਬੁੰਗਾ। ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਹੈ। ਤੁਸੀਂ ਉਸ ਫਲਸਫੇ ਨੂੰ ਨਹੀਂ ਮੰਨਦੇ ਕਿ ਉਹਨਾਂ ਨੇ ਕੀਤੀ? ਨਹੀਂ, ਇਹ ਫਲਸਫਾ ਮੈਂ ਇਸ ਕਰਕੇ ਨਹੀਂ ਮੰਨਦਾ ਕਿ ਫਲਸਫਾ ਹੈ ਨਹੀਂ। ਜਿਹੜੇ ਕਾਰਪੋਰੇਟ ਵਰਡ ਹੈ ਉਹ ਆਰਗੇਨਾਈਜ਼ਡ ਗਰੁੱਪਸ ਨੂੰ, ਜਥੇਦਾਰ ਅਕਾਲੀ ਦਲ ਜਿਹੜਾ ਕਿ ਅਕਾਲ ਬੁੰਗੇ 'ਚ ਬਹਿੰਦੇ ਸੀਗੇ। ਠੀਕ ਹੈ। ਤੋ ਇਹਨਾਂ ਨੇ 1925 ਵਿੱਚ ਇਸ ਨੂੰ ਅਕਾਲ ਤਖਤ ਕਹਿਣਾ ਸ਼ੁਰੂ ਕਰਤਾ ਅਚਾਨਕ। ਤਾਂ ਇਹ ਸੋਚਦੇ ਆ ਕਿ ਸਾਡੇ ਵੀ ਕਾਰਪੋਰੇਟਸ ਹੋਣ ਜਿਹੜੇ ਗਲੋਬਲ ਲੈਵਲ ਦੇ ਕਾਰਪੋਰੇਟਸ ਦੇ ਨਾਲ ਚੱਲਣ ਇਕੁਅਲ ਫੁਟਿੰਗ ਤੇ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਹਾਂ ਮਨਦੀਪ ਸਿੰਘ। ਦੋਸਤੋ 1984 ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ, 1984 ਜਦੋਂ ਸ਼ਬਦ ਸਾਡੇ ਸਾਹਮਣੇ ਆਉਂਦਾ, ਸਾਡੀ ਅੱਖਾਂ ਮੂਹਰੇ ਆਉਂਦਾ ਜਾਂ ਸਾਨੂੰ ਸੁਣਨ ਨੂੰ ਮਿਲਦਾ, ਇੱਕਦਮ ਸਾਡੀ ਨਜ਼ਰਾਂ ਮੂਹਰੇ, ਸਾਡੇ ਜ਼ਿਹਨ ਦੇ ਮੂਹਰੇ ਉੱਕਰ ਕੇ ਇੱਕ ਤਸਵੀਰ ਆ ਜਾਂਦੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ, ਜਾਂ ਦਿੱਲੀ ਦੇ ਵਿੱਚ ਹੋਈ ਸਿੱਖਾਂ ਦੀ ਨਸਲਕੁਸ਼ੀ ਦੀ। ਪਰ ਇਹ ਸਿਰਫ ਦਿੱਲੀ ਦੇ ਵਿੱਚ ਨਹੀਂ ਹੋਈ ਸੀ, ਜਿਵੇਂ ਅਸੀਂ ਜਾਣ ਵੀ ਗਏ ਹਾਂ। ਹੌਲੀ ਹੌਲੀ ਰਿਪੋਰਟਸ ਆ ਰਹੀਆਂ ਨੇ ਹਵਾਲਿਆਂ ਦੇ ਆਧਾਰ 'ਤੇ। ਜਿਵੇਂ ਕੱਲ੍ਹ ਅਸੀਂ ਪੇਸ਼ ਕੀਤੀ ਸੀ ਤੁਹਾਡੇ ਸਾਹਮਣੇ ਕਿ ਹੋਂਦ ਚਿੱਲੜ ਦਾ ਵੀ ਇੱਕ ਮਾਮਲਾ ਸਾਹਮਣੇ ਆਇਆ ਸੀ। ਮੇਰੇ ਨਾਲ ਇਸ ਵਕਤ ਪ੍ਰੋਫੈਸਰ ਦਵਿੰਦਰ ਸਿੰਘ ਜੀ ਮੌਜੂਦ ਨੇ, ਬੁੱਧੀਜੀਵੀ ਨੇ, ਔਰ ਅੱਜ ਇੱਕ ਸਭਾ ਹੋ ਕੇ ਹਟੀ ਹੈ ਕਿ 1984 ਦੇ ਵਿੱਚ ਜਿਹੜੀ ਨਸਲਕੁਸ਼ੀ ਹੋਈ ਸੀ ਉਸ ਦਾ ਹੁਣ ਤੱਕ ਦਾ ਕੀ ਮੁਲਾਂਕਣ ਹੈ, ਕੀ ਅਸੀਂ ਹੁਣ ਤੱਕ ਖੱਟਿਆ ਹੈ, ਕਿਉਂ ਅਸੀਂ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਵਾ ਪਾਏ ਹਾਂ, ਕੀ ਨਿਕਲ ਕੇ ਸਾਹਮਣੇ ਆਇਆ ਹੈ, ਕੀ ਅਸੀਂ ਨਵੀਂ ਪੀੜ੍ਹੀ ਨੂੰ ਆਪਣੀ ਦੇ ਰਹੇ ਹਾਂ। ਸਵਾਗਤ ਕਰਦੇ ਹਾਂ ਸਰ, ਸਭ ਤੋਂ ਪਹਿਲਾਂ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂਜੀ ਸਰ, ਮੇਰਾ ਸਵਾਲ ਪਹਿਲਾਂ ਇਹੀ ਹੈ, ਜਿਵੇਂ ਮੈਂ ਦੱਸਿਆ ਕਿ ਨਸਲਕੁਸ਼ੀ ਹੋਈ 84 ਦੇ ਵਿੱਚ ਹੋਈ। ਹਾਲਾਂਕਿ ਹੁਣ ਵੀ ਨਸਲਕੁਸ਼ੀ ਕਿਸੇ ਨਾ ਕਿਸੇ ਤਰੀਕੇ ਨਾਲ ਹਲੇ ਵੀ ਜਾਰੀ ਹੈਗੀ ਹੈ। ਬੇਸ਼ੱਕ ਉਹ ਪ੍ਰਤੱਖ ਤੌਰ ਦੇ ਉੱਤੇ ਸਾਹਮਣੇ ਨਹੀਂ ਆਉਂਦੀ, ਉਹ ਦਿਮਾਗੀ ਤੌਰ 'ਤੇ ਗੇਮ ਚੱਲ ਰਹੀ ਹੈ। ਕਿਵੇਂ ਵੇਖਦੇ ਆ ਤੁਸੀਂ? ਹਾਂਜੀ, ਨਸਲਕੁਸ਼ੀ ਆ ਜਿਹੜੀ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਨਸਲਕੁਸ਼ੀ ਕਈ ਪੱਧਰਾਂ 'ਤੇ ਚੱਲਦੀ ਹੈ। ਮਸਲ ਦਿਮਾਗੀ ਪੱਧਰ 'ਤੇ ਵੀ ਚੱਲਦੀ ਹੈ, ਜਿਹੜਾ ਕਿ ਐਜੂਕੇਸ਼ਨ, ਆਮ ਪ੍ਰੈਸ ਮੀਡੀਆ, ਐਨੀ ਕਮਿਊਨੀਕੇਸ਼ਨ ਮੀਡੀਆ, ਵਰਲਡ ਇਨਫਲੂਐਂਸ, ਜੋ ਗਲੋਬਲ ਮੂਵਮੈਂਟਸ ਚੱਲਦੀਆਂ, ਸੋ ਉਸ ਦਾ ਤਕਰੀਬਨ ਹਰ ਸੈਕਸ਼ਨ 'ਤੇ ਪ੍ਰਭਾਵ ਪੈਂਦਾ। ਅਤੇ ਉਹ ਨਸਲਕੁਸ਼ੀ ਦਾ ਮੁੱਢ ਉੱਥੋਂ ਵੱਜ ਜਾਂਦਾ ਜੀ। ਅਤੇ ਦੂਸਰੀ ਗੱਲ ਇਹ ਹੈ, ਨਸਲਕੁਸ਼ੀ ਦਾ ਮੁੱਢ ਇੱਥੋਂ ਹੀ ਵੱਜਦਾ ਹੈ ਕਿ ਜਦੋਂ ਬ੍ਰਿਟਿਸ਼ ਇੱਥੇ ਰਾਜ ਕਰਦੇ ਸੀ, ਉਸ ਤੋਂ ਪਹਿਲਾਂ ਇੰਡੀਆ ਦੇ ਵਿੱਚ, ਖਾਸ ਕਰਕੇ ਪੰਜਾਬ 'ਚ, ਇੱਕ ਨਾਨਕਪੰਥੀਆਂ ਦਾ ਬਹੁਤ ਵੱਡਾ ਗਰੁੱਪ ਉੱਭਰਨਾ ਸ਼ੁਰੂ ਹੋਇਆ ਜੀ। ਉਹ ਨਾਨਕਪੰਥੀਆਂ 'ਚ ਬਹੁਤ ਸਾਰੇ ਸੀ, ਗੰਗੂ ਸ਼ਾਹੀਏ ਸੀ, ਸੁਥਰੇ ਸ਼ਾਹੀਏ ਸੀ, ਰਾਮ ਰਈਏ ਸੀ, ਧੀਰ ਮੱਲੀਏ ਸੀ, ਜੀਤ ਮੱਲੀਏ ਸੀ, ਨਿਰੰਕਾਰੀ ਸੀਗੇ,
ਆਪਣੇ ਉਦਾਸੀ ਸੀਗੇ, ਨਿਰਮਲੇ ਸੀਗੇ, ਸੇਵਾਪੰਥੀ ਸੀਗੇ, ਮਤਲਬ ਕਿ ਜਿਹੜੇ ਬਹੁਤ ਸਾਰੇ ਰਹਿ ਗਏ, ਗੁਲਾਬਦਾਸੀ ਸੀਗੇ। ਸੋ ਨਾਨਕਪੰਥੀ ਬਹੁਤ ਸਾਰੇ ਗਰੁੱਪ ਸੀ ਤੇ ਬਹੁਤ ਵੱਡੀ ਗਿਣਤੀ ਵਿੱਚ ਮੁਸਲਮਾਨ ਨਾਨਕਪੰਥੀ ਸੀਗੇ ਤੇ ਹਿੰਦੂ ਆਪਣਾ ਨੂੰ ਹਿੰਦੂ ਨਹੀਂ ਸੀ ਕਹਾਉਂਦੇ, ਨਾਨਕਪੰਥੀ ਕਹਾਉਂਦੇ ਸੀ। ਤੋ ਸਿਰਫ ਉਹਨਾਂ ਵਿੱਚੋਂ ਬ੍ਰਾਹਮਣ ਤੇ ਖੱਤਰੀ ਸੀਗੇ, ਜਿਹੜੇ ਕੁਝ ਨਾਨਕਪੰਥੀ ਨਹੀਂ ਸੀਗੇ ਉਹਨਾਂ ਨੂੰ ਬ੍ਰਾਹਮਣ ਖੱਤਰੀ ਕਿਹਾ ਜਾਂਦਾ ਸੀ, ਉਹਨਾਂ ਨੂੰ ਹਿੰਦੂ ਨਹੀਂ ਸੀ ਕਿਹਾ ਜਾਂਦਾ। ਤੋ ਉਹ ਜਿਹੜਾ ਨਾਨਕਪੰਥੀ ਹੈ ਜਿਹੜੇ ਉਹ ਇੱਕ ਉਸ ਨੇਸ਼ਨ ਦੇ ਤੌਰ ਤੇ ਉੱਭਰੇ ਜਿਹਨੂੰ ਬਾਅਦ ਦੇ ਵਿੱਚ ਫਾਰਮਲੀ ਬ੍ਰਿਟਿਸ਼ ਨੇ ਨੇਸ਼ਨ ਕਿਹਾ। ਠੀਕ ਹੈ। ਤੋ ਭਾਵੇਂ ਬ੍ਰਿਟਿਸ਼ ਨੇ ਨਾਨਕਪੰਥੀਆਂ ਨੂੰ ਨੇਸ਼ਨ ਨਹੀਂ ਮੰਨਿਆ ਪਰ ਉਹ ਉਸ ਫਰੇਮਵਰਕ ਦੇ ਵਿੱਚ ਪੂਰੇ ਹੁੰਦੇ ਸੀ। ਠੀਕ ਹੈ। ਤੋ ਹੁਣ ਜਿਹੜਾ ਪੰਜਾਬ ਵੰਡਿਆ ਗਿਆ 47 ਚ, ਫਿਰ ਉਹ 66 ਚ ਵੰਡਿਆ ਗਿਆ ਤੇ ਜਿਹੜਾ ਪੰਜਾਬ ਦਾ ਬਾਕੀ ਖੇਤਰ ਰਹਿ ਗਿਆ ਤਾਂ ਉਹ ਖੇਤਰ ਵਿੱਚ ਜਿਹੜੇ ਸੀਗੇ ਨਾਨਕਪੰਥੀ ਉਹ ਸਿੱਖ ਕਹਾ ਰਹੇ ਸੀ। ਵਿਦ ਦੀ 100 ਸਾਲ ਦੇ ਵਿੱਚ ਉਹ ਨਾਨਕਪੰਥੀ ਜਾਂ ਸਿੱਖ ਕਹਾਉਣ ਲੱਗ ਪਏ ਸਾਰੇ। ਠੀਕ ਹੈ। ਤਾਂ ਉਹ ਸਿੱਖਾਂ ਦਾ ਜਿਹੜਾ ਬਿਲਟ ਅਪ ਆ ਉਹ ਨੇਸ਼ਨ ਉੱਡਦਾ ਸੀ ਆਪਣੇ ਆਪ 'ਚ, ਜਦੋਂ ਕਿ ਬਾਕੀ ਇੰਡੀਆ ਵਿੱਚ ਨੈਸ਼ਨਲ ਜਿਹੜੀ ਸੈਂਟੀਮੈਂਟ ਪੈਦਾ ਹੀ ਨਹੀਂ ਸੀ ਹੋਏ। ਤੇ ਇਹ ਨੈਸ਼ਨਲ ਸੈਂਟੀਮੈਂਟ ਹੈ ਜਿਹੜੇ ਇਹ ਸ਼ੁਰੂ ਹੋਏ ਆ ਮਹਾਤਮਾ ਗਾਂਧੀ ਜਾਂ ਬਾਲ ਗੰਗਾਧਰ ਤਿਲਕ ਜਾਂ ਬੰਗਾਲੀ ਜਿਹੜੇ ਨੈਸ਼ਨਲਿਸਟ ਸੀਗੇ ਉਹ ਤੋਂ ਸ਼ੁਰੂ ਹੋਏ, ਲੇਕਿਨ ਆਮ ਬੰਦਿਆਂ ਤੱਕ ਨਹੀਂ ਸੀ ਪਹੁੰਚਦੇ, ਸਿਰਫ ਸਵਰਨ ਜਾਤੀ ਤੱਕ ਸੀਗੇ। ਠੀਕ ਹੈ। ਤਾਂ ਪੰਜਾਬ ਦੇ ਹਰ ਜਾਤੀ ਵਿੱਚ ਹੀ ਇਹ ਨੇਸ਼ਨ ਦੇ ਤੌਰ ਤੇ ਵਿਚਰਦੇ ਸੀਗੇ। ਤਾਂ ਹੁਣ ਪ੍ਰੋਬਲਮ ਇਹ ਹੋਈ ਕਿ ਜਦੋਂ ਪਾਰਲੀਮੈਂਟ 'ਚ ਬਹੁਤ ਗਿਣਤੀ ਆ ਗਈ ਨੌਨ ਸਿੱਖ ਦੀ, ਤਾਂ ਉਹਨਾਂ ਨੇ ਨੈਸ਼ਨਲ ਪ੍ਰੋਜੈਕਟ ਬਣਾਏ। ਕੁਦਰਤੀ ਗੱਲ ਆ, ਭਾਖੜਾ ਤਾਂ ਹੀ ਬਣਦਾ ਜੇ ਨੈਸ਼ਨਲ ਐਂਡੀਵਰ ਹੋਵੇ। ਕੋਈ ਵੀ ਵੱਡੇ ਵੱਡੇ ਪ੍ਰੋਜੈਕਟ ਤਾਂ ਹੀ ਬਣਦੇ ਆ ਜੇ ਨੈਸ਼ਨਲ ਐਂਡੀਵਰ ਹੋਵੇ, ਲੋਕ ਇਕੱਠੇ ਹੋ ਕੇ ਕਰਨ। ਠੀਕ ਹੈ ਜੀ, ਨੋ ਡਾਊਟ ਜਿੰਨੀ ਵੱਡੀ ਟੈਰੀਟਰੀ ਹੋਏਗੀ ਉਨੇ ਵੱਡੇ ਪ੍ਰੋਜੈਕਟ ਹੋਣਗੇ, ਲੇਕਿਨ ਉਹ ਵੱਡੀ ਜਿਹੜੀ ਨੈਸ਼ਨਲ ਇੱਕ ਐਂਟੀਟੀ ਬਣੀ ਉਹ ਪੰਜਾਬ ਦੀ ਜਿਹੜੀ ਨੈਸ਼ਨਲ ਐਂਟੀਟੀ ਜਿਹੜੀ ਵਿਰਸੇ ਵਿੱਚ ਆ ਰਹੀ ਹੈ ਉਸ ਨੂੰ ਢਾਉਣ ਤੇ ਆ ਗਈ। ਉਹ 'ਤੇ ਕਨਫਰੰਟੇਸ਼ਨ ਹੋਈ ਤੇ ਉਸ ਦੀ ਨਸਲਕੁਸ਼ੀ ਦੀ ਤਿਆਰੀ ਹੋਈ ਕਿ ਇਹਨਾਂ ਕੋਲੋਂ ਪਹਿਲਾਂ ਜ਼ਮੀਨਾਂ 'ਤੇ ਸੀਲਿੰਗ ਲਾਓ। ਪਹਿਲਾਂ ਤਾਂ ਉੱਧਰੋਂ ਹੀ ਜ਼ਮੀਨਾਂ ਅੱਧੀਆਂ ਵੀ ਨਹੀਂ ਮਿਲੀਆਂ ਲੋਕਾਂ ਨੂੰ ਪਾਕਿਸਤਾਨ ਤੋਂ ਆ ਕੇ, ਫਿਰ ਸੀਲਿੰਗ ਲੱਗ ਗਈ, ਫਿਰ ਪਾਣੀ ਖੋਓ, ਫਿਰ ਬਿਜਲੀ ਖੋਲੋ, ਤੇ ਫਿਰ ਉਹਨਾਂ 'ਤੇ ਤੁਸੀਂ ਇੱਕ ਉਹ ਜੰਗ ਟੈਕਨੋਲੋਜੀ ਜਿਹੜੀ ਅਮਰੀਕਾ ਦੇ ਵੱਡੇ ਮੁਲਕਾਂ ਦੇ ਵਿੱਚ ਐਗਰੀਕਲਚਰ ਟੈਕਨੋਲੋਜੀ ਪੈਦਾ ਹੋਈ ਤੇ ਉਹ ਛੱਡਣ ਨੂੰ ਤਿਆਰ ਸੀਗੇ ਤੇ ਸਾਡਿਆਂ ਨੇ ਉਹ ਲੈ ਲਈ ਕਿਉਂਕਿ ਸਾਡਾ ਫੂਡ ਪੂਰਾ ਨਹੀਂ ਸੀ ਹੁੰਦਾ ਜੀ। ਤੇ ਚਲੋ ਹੋ ਗਿਆ। ਫਿਰ ਸਾਨੂੰ ਮਤਲਬ ਕਿ ਉਹਨਾਂ ਨੇ ਪਾਣੀ ਜਿਹੜਾ ਕਿ ਐਸੈਂਸ਼ੀਅਲ ਕਮੋਡਿਟੀ ਸੀ ਉਸ ਨਵੀਂ ਐਗਰੀਕਲਚਰ ਟੈਕਨੋਲੋਜੀ, ਉਹ ਸਾਨੂੰ ਪਾਣੀ ਉਹਨਾਂ ਨੇ ਸਾਡੇ ਤੋਂ ਖੋ ਕੇ ਹੋਰਾਂ ਨੂੰ ਦਿੱਤਾ ਹੋਇਆ ਸੀ। ਤਾਂ ਕੀ ਕੀਤਾ ਜਾਂਦਾ ਹੁਣ? ਚਾਹੀਦਾ ਇਹ ਸੀ ਕਿ ਇੰਡੀਆ ਨੈਸ਼ਨਲਿਸਟਿਕ ਇਨਵੈਸਟਮੈਂਟ ਵਾਟਰ ਦੀ ਕਰਦਾ, ਇੰਸਟੈਡ ਆਫ ਵਾਟਰ ਨੂੰ ਉਹਨਾਂ ਨੇ ਨੈਸ਼ਨਲ ਇਸ਼ੂ ਬਣਾ ਕੇ ਦੂਜੇ ਪਾਸੇ ਦੇ ਦਿੱਤਾ, ਜੋ ਕਿ ਦੇਣਾ ਇੱਧਰ ਚਾਹੀਦਾ ਸੀ ਕਿਉਂਕਿ ਸਾਡੇ ਕੋਲੋਂ ਫਸਲਾਂ ਪੈਦਾ ਕਰਵਾਉਣੀਆਂ ਸੀ। ਤਾਂ ਵਿਦ ਦੀ ਰਿਜ਼ਲਟ ਕਿ ਸਾਨੂੰ ਜ਼ਮੀਨ ਦਾ ਪਾਣੀ ਕੱਢ ਕੇ ਦੇਣਾ ਪਿਆ, ਉਹ ਅਸੀਂ ਜ਼ਮੀਨ ਦਾ ਪਾਣੀ ਵੇਚਤਾ। ਦੁਨੀਆ ਭਰ ਵੀ ਜ਼ਮੀਨ ਦਾ ਪਾਣੀ ਉਹ ਪੀਣ ਲਈ ਹੈ ਨਾ ਕਿ ਵੇਚਣ ਲਈ ਹੈ, ਅਸੀਂ ਉਹ ਪਾਣੀ ਵੇਚ ਦਿੱਤਾ। ਫਿਰ ਸਾਨੂੰ ਬਿਜਲੀ ਦੇ ਬਿੱਲ ਮਾਫ ਕਰਤੇ ਇਹਨਾਂ ਨੇ ਵੀ ਹੋਰ ਪਾਣੀ ਕੱਢੋ। ਇਹ ਸਾਰੀ ਉਹਨਾਂ ਦੀ ਤਿਆਰੀ ਇਸ ਤਰ੍ਹਾਂ ਸੀਗੀ ਕਿ ਇਹਨਾਂ ਨੂੰ ਖਤਮ ਕਰੋ, ਤੇ ਅਸੀਂ ਖਤਮ ਹੋਏ ਵੀ। ਹੁਣ ਸਾਡੀ ਬਹੁਤੀ ਪਾਪੂਲੇਸ਼ਨ ਛੱਡ ਕੇ ਭੱਜ ਰਹੀ ਹੈ ਪੰਜਾਬ, ਕਿਉਂਕਿ ਐਗਰੀਕਲਚਰ 'ਚ ਉਹਨਾਂ ਕੋਲ ਦਿਖਦਾ ਨਹੀਂ, ਤੇ ਜਿਹੜੀ ਇੰਡਸਟਰੀ ਹੈ ਉਹ ਐਗਰੀਕਲਚਰ ਵਿੱਚ ਆ ਕੇ ਪੂਰੀ ਤਰ੍ਹਾਂ ਕਾਬਜ਼ ਹੋ ਚੁੱਕੀ ਹੈ। ਤੋ ਇਸ ਵੇਲੇ ਪੰਜਾਬ ਦੀ ਜਿਹੜੀ ਐਗਰੀਕਲਚਰ ਆ, ਐਗਰੀਕਲਚਰ ਨਾ ਹੋ ਕੇ ਉਹ ਇੰਡਸਟਰੀਅਲ ਪ੍ਰੋਡਕਸ਼ਨ ਦਾ ਹੱਬ ਬਣ ਚੁੱਕੀ ਹੈ। ਤੇ ਲੋਕ ਆ ਜਿਹੜੇ ਉਹ ਜੋ ਕੈਮੀਕਲ ਇਨਪੁਟ ਖਰੀਦਦੇ ਆ ਤੇ ਜੋ ਪੈਸਾ ਮਿਲਦਾ ਫਸਲ ਦੇ ਕੇ ਉਹ ਰਿਟੇਲ ਤੇ ਬਾਜ਼ਾਰ ਨੂੰ ਖਰੀਦਣ ਤੁਰ ਪੈਂਦੇ ਆ, ਈਵਨ ਫੂਡ ਵੀ ਬਾਜ਼ਾਰ ਤੋਂ ਖਰੀਦਣ ਤੁਰ ਪੈਂਦੇ ਆ। ਸੋ ਵਿਦ ਦੀ ਰਿਜ਼ਲਟ ਜਿਹੜੀ ਟੈਨਸ਼ਨ ਕ੍ਰੀਏਟ ਹੋਈ, ਇਹ ਟੈਨਸ਼ਨ ਬਾਰੇ ਅਸੀਂ ਪਾਰਟਿਕੂਲਰਲੀ ਮੈਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕੈਂਪ ਹੁੰਦੇ ਸੀ ਜਿਹੜੇ 84 ਤੋਂ ਪਹਿਲਾਂ। ਸਰ ਇੱਕ ਮੇਰਾ ਕੁਐਸਚਨ ਹੈਗਾ, ਹੁਣ ਮੈਂ ਉਹੀ ਗੱਲ ਤੇ ਆ ਰਿਹਾ, ਤੇ ਉਹਦੇ ਵਿੱਚ ਅਸੀਂ ਇਹ ਬਕਾਇਦਾ ਪ੍ਰਚਾਰ ਕਰਦੇ ਸੀਗੇ ਵੀ ਆਹ ਸਾਡੀ ਪ੍ਰੋਬਲਮ ਹੈ ਜਿਹਨੂੰ ਤੁਸੀਂ ਗ੍ਰੀਨ ਰੈਵੋਲੂਸ਼ਨ ਕਹਿੰਦੇ ਆ। ਇਹ ਐਕਚੁਅਲੀ ਇੰਡਸਟਰੀਅਲ ਇੰਟਰੂਜ਼ਨ ਇਨ ਐਗਰੀਕਲਚਰ ਹੈ, ਸਾਨੂੰ ਨਤੀਜੇ ਬਹੁਤ ਭੈੜੇ ਭੁਗਤਣੇ ਪੈਣੇ ਆ। ਉਸੇ ਵੇਲੇ ਅਸੀਂ ਨਸ਼ਿਆਂ ਵਿਰੁੱਧ ਵੀ ਬੋਲਦੇ ਸੀ, ਕਿਉਂਕਿ ਅਗਰ ਇੰਡਸਟਰੀਅਲ ਇੰਟਰੂਜ਼ਨ ਆਉਂਦੀ ਐਗਰੀਕਲਚਰ ਤਾਂ ਨਸ਼ੇ ਆਉਣੇ ਹੀ ਆਉਣੇ ਆ, ਵੇਲ ਹੈ ਨਸ਼ੇ ਆਉਣਗੇ। ਸੋ ਇਹ ਸਾਰੀਆਂ ਗੱਲਾਂ ਹੋ ਕੇ ਇਹ ਇੱਕ ਤਰ੍ਹਾਂ ਦਾ ਐਸਾ ਮਾਹੌਲ ਬਣ ਗਿਆ ਸੀਗਾ। ਉਸ ਮਾਹੌਲ ਦੇ ਵਿੱਚ ਜਿਹੜੀ ਸਾਡੀ ਨੈਸ਼ਨਲਿਸਟਿਕ ਐਗਜ਼ਿਸਟੈਂਸ ਸੀ ਸਿੱਖਾਂ ਦੀ, ਇਟ ਵਾਜ਼ ਲਾਈਕ ਏ ਫਲੋਟਿੰਗ ਨੇਸ਼ਨ, ਇਟ ਵਾਜ਼ ਨਾਟ ਏ ਲੈਂਡਡ ਨੇਸ਼ਨ, ਇਟ ਵਾਜ਼ ਸੌਰਟ ਆਫ ਫਲੋਟਿੰਗ ਨੇਸ਼ਨ। ਤਾਂ ਅਸੀਂ ਫਿਰ ਉਸ ਵੇਲੇ ਆਈਡੀਆ ਕੀਤਾ ਕਿ ਸਾਡਾ ਜਿਹੜਾ ਜਿਹਨੂੰ ਅਕਾਲ ਤਖਤ ਕਹਿੰਦੇ ਆ, ਇਹ ਨਾਨ ਸਟੇਟ ਪਾਵਰ ਨਿਊਕਲੀਅਸ ਹੈ। ਅੱਛਾ, ਨਾਨ ਸਟੇਟ ਪਾਵਰ ਨਿਊਕਲੀਅਸ, ਯਾਨੀ ਇਹ ਸਟੇਟ ਦਾ ਪਾਵਰ ਨਿਊਕਲੀਅਸ ਨਹੀਂ ਹੈ। ਅੱਛਾ ਜੀ, ਨਾਨ ਸਟੇਟ, ਇਹ ਨਾਨ ਸਟੇਟ ਪਾਵਰ ਨਿਊਕਲੀਅਸ ਆਫ ਦੀ ਪੀਪਲ ਹੈ। ਠੀਕ ਹੈ, ਠੀਕ ਹੈ ਜੀ। ਤੇ ਪੀਪਲ ਕੁਦਰਤੀ ਗੱਲ ਹੈ, ਸਿੱਖ
ਤੇ ਉਹ ਸਹਿਜਧਾਰੀ ਸਿੱਖ, ਨਾਨਕਪੰਥੀ, ਮੁਸਲਮਾਨ ਸਿੱਖ ਜੋ ਵੀ ਹੈ ਸਭ ਦਾ, ਪਰ ਸਮੇਂ ਦੇ ਅਨੁਸਾਰ ਕਿਉਂਕਿ ਸਿੱਖ ਹੋ ਗਿਆ ਸ਼ਬਦ, ਇਸ ਕਰਕੇ ਸਿੱਖ ਚੱਲ ਪਿਆ। ਤੋ ਉਸ ਵੇਲੇ ਸਾਨੂੰ ਇਹ ਸੀਗਾ ਕਿ ਅਕਾਲ ਤਖਤ ਨੂੰ ਕੋਈ ਕਲਰਜੀ ਦੀ ਸੀਟ ਨਾ ਬਣਾਤਾ ਜਾਵੇ, ਜਿਵੇਂ ਕਲੈਰੀਕਲ ਸੀਟਸ ਹੁੰਦੀਆਂ, ਜਿਵੇਂ ਆਪਣਾ ਰੋਮਨ ਕੈਥੋਲਿਕਸ ਦਾ ਹੈਗਾ, ਜਾਂ ਸ਼ੰਕਰਾਚਾਰੀਆ ਦੇ ਧਰਮ ਪੀਠ ਹੈ, ਉੱਥੋਂ ਫਤਵੇ ਆ ਜਾਂਦੇ ਆ, ਜਾਂ ਮੌਲਾਣਿਆਂ ਦੇ ਫਤਵੇ ਆਉਂਦੇ ਆ। ਵੀ ਸਿੱਖਾਂ ਦਾ ਤਾਂ ਐਸਾ ਹੈ ਨਹੀਂ, ਅਸੀਂ ਤਾਂ ਬੜਾ ਇਗੈਲੀਟੇਰੀਅਨ ਤੇ ਲਿਬਰਲ ਮਤ ਕੇ ਸਾਡਾ ਹੈਗਾ, ਤੇ ਇਹ ਕਿਤੇ ਅਕਾਲ ਤਖਤ ਦੇ ਨਾਂ ਤੇ ਕਲਰਜੀ ਹਾਵੀ ਨਾ ਹੋ ਜਾਏ। ਕੁਝ ਸਾਡੇ ਭਾਗਾਂ ਨੂੰ ਕਿ ਜਿਹੜਾ ਸਾਡਾ ਭਾਈ ਜਰਨੈਲ ਸਿੰਘ ਭਿੰਡਰਾਂਵਾਲਾ ਜਿਹੜਾ ਸ਼ਹੀਦ ਹੋ ਗਏ, ਉਹ ਸਾਡੇ ਮਾਈਂਡ ਦਾ ਸੀਗਾ। ਲੋਕ ਅਕਾਲ ਤਖਤ ਦਾ ਨਾਂ ਲੈਂਦੇ ਆ, ਪਰ ਉਹ ਤਾਂ ਇਹ ਵੀ ਕਹਿ ਦਿੰਦਾ ਸੀ ਤੁਹਾਨੂੰ ਜਥੇਦਾਰਾਂ ਨੂੰ ਝੂਠ ਬੋਲਣ ਦਾ ਤੁਸੀਂ ਠੇਕਾ ਲੈ ਰੱਖਿਆ, ਇੱਥੋਂ ਤੱਕ ਉਹ ਕਹਿ ਦਿੰਦੇ ਸੀ। ਯਾਨੀ ਕਿ ਉਹ ਵੀ ਤਖਤਾਂ ਦੀ ਜਿਹੜੀ ਮਰਿਆਦਾ ਹੈ, ਉਹਨਾਂ ਦੀ ਮਰਿਆਦਾ ਤੇ ਸਵਾਲ ਚੁੱਕਦੇ ਸੀ। ਇਹ ਨਹੀਂ ਹੈ ਕਿ ਜੋ ਅਕਾਲ ਤਖਤ ਨੇ ਕਹਿ ਦਿੱਤਾ ਉਹ ਅਕਾਲ ਦਾ ਹੁਕਮ ਹੈ। ਅਕਾਲ ਦਾ ਹੁਕਮ ਕਦੇ ਹੋ ਸਕਦਾ? ਬੰਦੇ ਕਦੇ ਅਕਾਲ ਦਾ ਹੁਕਮ ਨਹੀਂ ਬਣ ਸਕਦੇ। ਮਤਲਬ ਕਿ ਜਿਹੜਾ ਅਕਾਲ ਤਖਤ ਸਾਹਿਬ ਦਾ ਜਿਹੜਾ ਸਿਧਾਂਤ ਹੈ ਉਹ ਸਹੀ ਹੈ, ਲੇਕਿਨ ਜਥੇਦਾਰ ਜਿਹੜਾ ਹੈਗਾ ਉਹਨੂੰ ਜ਼ਰੂਰ ਦੇਖਣਾ ਪਊਗਾ ਕਿ ਉਹ ਸਹੀ ਕਰ ਰਿਹਾ ਕੰਮ ਜਾਂ ਨਹੀਂ ਕਰ ਰਿਹਾ। ਐਕਚੁਅਲੀ ਜਿਹੜੀ ਸਿੱਖੀ ਹੈ ਨਾ, ਇਹ ਮੰਦਰ ਧਰਮ ਨਹੀਂ ਹੈ, ਟੈਂਪਲਰ ਰਿਲੀਜਨ ਨਹੀਂ ਹੈ। ਜੀ ਜੀ ਜੀ। ਤੋ ਇਹ ਜਿਹੜਾ ਆਇਆ ਸਿਸਟਮ, ਇਹ ਆਇਆ ਵੈਸਟ ਤੋਂ, ਜਿਊਸ ਤੋਂ ਤੇ ਕ੍ਰਿਸਚੀਅਨ ਦਾ ਇਹ ਸਿਸਟਮ ਹੈਗਾ, ਚਰਚ ਰਿਲੀਜਨ ਵਾਲਾ ਜੀ ਹੈ, ਜਾਂ ਸਿਨੇਗੋਗ ਰਿਲੀਜਨ ਵਾਲਾ ਜੀ। ਤੇ ਸਿਨੇਗੋਗ ਰਿਲੀਜਨ ਤੇ ਤਾਂ ਇਹਨਾਂ ਨੇ ਜੀਸਸ ਕ੍ਰਾਈਸਟ ਨੂੰ ਸੂਲੀ ਤੇ ਚੜਾਤਾ, ਹੀ ਵਾਸ ਅਗੇਂਸਟ ਇਟ। ਤੋ ਸਾਡਾ ਵੀ ਹੈ, ਸਾਡਾ ਜਿਹੜਾ 1984 ਵਿੱਚ ਜਿਹੜੇ ਸਿੱਖ ਮਾਰੇ ਗਏ ਆ, ਉਹ ਇਹਨਾਂ ਨੇ ਮਾਰੇ ਆ ਕਿ ਸੈਂਟਰ ਕਹਿੰਦਾ ਕਿ ਅਕਾਲ ਤਖਤ ਤੇ ਦਰਬਾਰ ਸਾਹਿਬ ਗਲਤ ਇਸਤੇਮਾਲ ਹੋ ਰਿਹਾ। ਯਾਨੀ ਕਿ ਸੰਤ ਭਿੰਡਰਾਂਵਾਲੇ ਨੂੰ ਉਸੇ ਤਰੀਕੇ ਦੇ ਨਾਲ ਕਰੂਸੀਫਾਈ ਕੀਤਾ ਗਿਆ ਜਦੋਂ ਕਿ ਅਸੀਂ ਉਸ ਮੰਦਰ ਧਰਮ ਨੂੰ ਨਹੀਂ ਮੰਨਦੇ। ਇਹ ਸਾਡੇ ਕੇਂਦਰ ਹੈ, ਸਿਆਸੀ ਕੇਂਦਰ ਹੈ, ਸਮਾਜਿਕ ਕੇਂਦਰ ਹੈ, ਐਜੂਕੇਸ਼ਨ ਦੇ ਕੇਂਦਰ ਹੈ, ਪਰ ਇਹ ਸੈਂਟਰ ਆਫ ਵਰਸ਼ਿਪਿੰਗ ਬਿਲਕੁਲ ਨਹੀਂ ਹੈ। ਇਹ ਸੈਂਕਟਮ ਸੈਂਕਟੋਰਮ ਜੋ ਇਹਨਾਂ ਦੇ ਆਪਣੇ ਬਣਾਏ ਹੋਏ ਆ ਮੰਦਰ ਧਰਮ ਵਾਲੇ, ਉਹ ਬਿਲਕੁਲ ਨਹੀਂ, ਅਸੀਂ ਨਹੀਂ ਉਹਨੂੰ ਮੰਨਦੇ। ਠੀਕ ਹੈ। ਤੇ ਸਾਡੇ ਮੀਡੀਆ ਦੇ ਜ਼ੋਰ ਦੁਆਰਾ, ਐਜੂਕੇਸ਼ਨ ਦੇ ਜ਼ੋਰ ਦੁਆਰਾ, ਹੋਰ ਜ਼ੋਰ ਦੁਆਰਾ ਇਹ ਬਾਰ-ਬਾਰ ਸਾਬਤ ਕਰ ਰਿਹਾ ਅਕਾਲ ਤਖਤ, ਅਕਾਲ ਤਖਤ, ਅਕਾਲ ਤਖਤ। ਅਸੀਂ ਕਹਿੰਦੇ ਹਾਂ ਕਿ ਨਾਨ ਸਟੇਟ ਪਾਵਰ ਨਿਊਕਲੀਅਸ ਆਫ ਦੀ ਪੀਪਲ ਹੈ ਅਕਾਲ ਦਾ। ਜੇ ਆਸਾਨ ਪੰਜਾਬੀ ਦੇ ਵਿੱਚ ਦੱਸਣਾ ਹੋਵੇ ਸਾਡੇ ਦਰਸ਼ਕਾਂ ਵਾਸਤੇ ਤਾਂ ਇਹਦਾ ਕੀ ਮਤਲਬ ਨਿਕਲਦਾ? ਇਹਦਾ ਮਤਲਬ ਹੈ ਗੈਰ ਰਿਆਸਤੀ, ਯਾਨੀ ਰਿਆਸਤੀ ਤਾਕਤ ਦਾ ਕੇਂਦਰ ਨਹੀਂ ਹੈ। ਇਹ ਗੈਰ ਰਿਆਸਤੀ ਲੋਕਾਂ ਦਾ, ਕਿਉਂਕਿ ਸਿੱਖ ਹੈ ਜਿਹੜੇ, ਉਹ ਤਾਂ ਪਾਕਿਸਤਾਨ 'ਚ ਵੀ ਹੈ, ਅਫਗਾਨਿਸਤਾਨ 'ਚ ਵੀ ਹੈ, ਬੰਗਲਾਦੇਸ਼ 'ਚ ਵੀ ਹੈ, ਨੇਪਾਲ 'ਚ ਵੀ ਹੈ, ਬਾਹਰਲੇ ਮੁਲਕਾਂ ਵਿੱਚ ਹੁਣ ਤਾਂ ਲਗਭਗ 100 ਤੋਂ ਉੱਪਰ ਮੁਲਕ ਹੈ ਜਿੱਥੇ ਬੈਠੇ ਆ। ਉਹ ਸਭ ਦਾ ਜਿਹੜਾ ਕੇਂਦਰ ਆ ਉਹਨਾਂ ਨੇ ਮੰਨ ਲਿਆ। ਗੁਰੂ ਸਾਹਿਬ ਨੇ ਨਹੀਂ ਬਣਾਇਆ ਇਹ ਸਿੱਖਾਂ ਨੇ ਆਪ ਮੰਨ ਲਿਆ, ਕਿਉਂਕਿ ਸਿੱਖਾਂ ਨੂੰ ਹੱਕ ਹਾਸਿਲ ਹੈ ਕਿ ਉਹ ਇਕੱਠੇ ਹੋ ਕੇ ਜੋ ਮੰਨ ਲੈਣ, ਠੀਕ ਹੈ, ਉਹਨਾਂ ਦਾ ਡੈਮੋਕ੍ਰੈਟਿਕ ਰਾਈਟ ਆ। ਤੇ ਉਹਨਾਂ ਨੇ ਦਰਬਾਰ ਸਾਹਿਬ ਨੂੰ ਕੇਂਦਰ ਮੰਨ ਲਿਆ ਆਪਣਾ, ਤੇ ਉਹ ਦਰਬਾਰ ਸਾਹਿਬ ਨੂੰ ਆਪਣਾ ਪ੍ਰਤੀਕ ਬਣਾ ਕੇ ਦੱਸ ਰਿਹਾ ਕਿ ਦੇਖੋ ਹਰ ਕੋਈ ਆ ਸਕਦਾ, ਹਰ ਕੋਈ ਲੰਗਰ ਛਕ ਸਕਦਾ, ਹਰ ਕੋਈ ਇੱਥੇ ਬੈਠ ਸਕਦਾ, ਸਾਡੇ ਵਿੱਚ ਕੋਈ ਵਿਤਕਰਾ ਨਹੀਂ। ਠੀਕ ਹੈ, ਤੁਸੀਂ ਕਿਸੇ ਮਜ਼ਹਬ ਨੂੰ ਮੰਨਦੇ ਮੰਨੀ ਜਾਓ, ਪਰ ਤੁਸੀਂ ਸਾਰੇ ਮਨੁੱਖ ਹੋ ਕੇ ਇਕੱਠੇ ਬਹਿ ਜਾਓ, ਬਸ ਅਸੀਂ ਆ। ਤੇ ਇਕੱਠੇ ਕੁਦਰਤ ਨੇ ਇੱਕ ਪ੍ਰਸ਼ਾਦ ਦਿੱਤਾ ਸਾਨੂੰ ਖਾਣ ਪੀਣ, ਦੇਖ ਫਤਿਹ, ਉਹ ਦੇਖ ਫਤਿਹ ਕਰੋ ਤੁਸੀਂ ਇੱਥੇ ਇਕੱਠੇ ਹੋ ਕੇ। ਠੀਕ ਹੈ ਜੀ, ਬੜਾ ਖੂਬਸੂਰਤ ਫਲਸਫਾ ਹੈ। ਹਾਂਜੀ ਹਾਂਜੀ, ਉਸ ਦੇ ਵੀ ਤੁਹਾਡੀ ਮਜ਼ਹਬ ਤਬਦੀਲੀ ਦੀ ਲੋੜ ਨਹੀਂ ਹੈ। ਇਸੇ ਕਰਕੇ 1849 ਤੋਂ ਪਹਿਲਾਂ ਨਾਨਕਪੰਥੀ ਮੁਸਲਮਾਨ ਬੇਹੱਦ ਸੀਗੇ, ਤੇ ਮਹਾਰਾਜਾ ਜਿਹੜਾ ਸਰਕਾਰ ਰਣਜੀਤ ਸਿੰਘ ਹੈ, ਤੇ ਉਸ ਤੋਂ ਪਹਿਲਾਂ ਮਿਸਲਾਂ ਹੈ, ਉਹਨਾਂ ਦੇ ਵਿੱਚ ਮੁਸਲਮਾਨ ਪੂਰੀ ਸ਼ਿਰਕਤ ਕਰਦੇ ਸੀ, ਨਾਨਕਪੰਥੀ ਮੁਸਲਮਾਨ ਸੀਗੇ। ਜੇ ਮੈਂ ਕਹਾਂ ਕਿ ਬਾਬਾ ਫਰੀਦ ਜੀ, ਪੀਰ ਬੁੱਧੂ ਸ਼ਾਹ ਜੀ ਤੇ ਸੰਤ ਮੀਆਂ ਮੀਰ ਜੀ, ਇਹ ਨਾਨਕਪੰਥੀ ਮੁਸਲਮਾਨ ਸੀਗੇ। ਹਾਂਜੀ, ਕਿਉਂਕਿ ਨਾਨਕ ਪੰਥ ਨੂੰ ਮੰਨ ਚੁੱਕੇ ਸੀ। ਉਹ ਜਿਹੜੀ ਸ਼ਰ੍ਹਾ ਦੀਆਂ ਬੰਦਸ਼ਾਂ ਨੂੰ ਛੱਡਤਾ। ਇਸ ਤਰ੍ਹਾਂ ਹੀ ਜਿਹੜੇ ਹਿੰਦੂ ਸੀਗੇ ਉਹਨਾਂ ਨੇ ਸ਼ਰ੍ਹਾ ਦੀਆਂ ਸਮ੍ਰਿਤੀ ਦੀਆਂ ਬੰਦਸ਼ਾਂ ਨੂੰ ਛੱਡ ਕੇ ਤੇ ਉਹ ਨਾਨਕਪੰਥੀ ਹੋ ਗਏ। ਤੋ ਉਹ ਇੱਕ ਇਗਾਲੀਟੇਰੀਅਨ ਸੁਸਾਇਟੀ ਬਣੀ ਸੀਗੀ ਜਿਹੜੀ ਬਹੁਤ ਮਾਡਰਨ ਸੀਗੀ, ਤੇ ਜਿਸ ਤੋਂ ਘਬਰਾ ਕੇ ਅੰਗਰੇਜ਼ਾਂ ਨੇ ਉਹ ਡਿਸਇੰਟੈਗਰੇਟ ਕੀਤਾ। ਤੇ 1871 ਦੀ ਸੈਂਸਸ ਹੈ, ਉਸ ਦੇ ਵੀ ਸਿੱਖ ਸ਼ਬਦ ਪਾਇਆ, ਹਿੰਦੂ ਪਾਇਆ, ਮੁਸਲਮਾਨ ਪਾਇਆ, ਉੱਥੇ ਨਾਨਕਪੰਥੀ ਨਹੀਂ ਪਾਇਆ। ਨਾਨਕਪੰਥੀ ਪਾਇਆ ਹੁੰਦਾ ਤਾਂ ਮੇਰਾ ਖਿਆਲ ਹੈ ਇੰਡੀਆ ਦੀ ਡਿਵੀਜ਼ਨ ਨਹੀਂ ਸੀ ਹੋਣੀ ਪਾਕਿਸਤਾਨ ਦੀ। ਬਿਲਕੁਲ, ਸਾਰਿਆਂ ਨੂੰ ਇਕੱਠਾ ਕਰ ਦਿੰਦੀ। ਹਾਂਜੀ, ਉਸ ਦਾ ਪੋਲੀਟੀਕਲ ਇੰਪੈਕਟ ਵੱਖਰਾ ਹੁੰਦਾ। ਸੋ ਅੱਜ ਦੀ ਸਰਕਾਰ ਹੈ ਜਿਹੜੀ, ਉਹ ਅਕਾਲ ਤਖਤ ਨੂੰ ਮੀਡੀਆ ਦੁਆਰਾ ਤੇ ਹਰ ਤਰੀਕੇ ਦੁਆਰਾ, ਈਵਨ ਸਾਡੇ ਸਿੱਖਾਂ ਦੁਆਰਾ ਵੀ, ਉਹ ਇੱਕ ਐਸੀ ਸੀਟ ਪ੍ਰੋਜੈਕਟ ਕਰ ਰਹੀ ਹੈ ਜਿਹੜੀ ਕਿ ਧਰਮ ਪੀਠ ਜਿਹੜੇ ਸ਼ੰਕਰਾਚਾਰਿਆ ਦੇ ਉਹਨਾਂ ਦੇ ਫਰੇਮ 'ਚ ਫਿੱਟ ਹੁੰਦੀ ਹੈ। ਇਸ ਨੂੰ ਕਹਿੰਦੇ ਆ ਕਰੈਕਟਰ, ਜਿਹਨੂੰ ਕਰੈਕਟਰ ਦੀ ਨਸਲਕੁਸ਼ੀ। ਹਾਂਜੀ, ਕਿਰਦਾਰ ਦੀ ਨਸਲ। ਸਾਡੇ ਜਿਹੜੀਆਂ ਸੰਸਥਾਵਾਂ ਨੇ ਉਹਦੇ ਕਿਰਦਾਰ ਦੀ ਨਸਲਕੁਸ਼ੀ ਹੋ ਰਹੀ ਹੈ। ਅਕਾਲ ਕਦੇ ਤਖਤ ਦੇ ਰੂਪ 'ਚ ਨਹੀਂ ਆਉਂਦਾ,
ਅਕਾਲ ਦਾ ਤਖਤ ਹੈ ਜਿਹੜਾ ਉਹ ਨਿਰਗੁਣ ਹੈ, ਉਹ ਨਿਰੰਜਨ ਹੈ, ਅਲੱਖ ਹੈ, ਉਹ ਤਾਂ ਦੇਖਿਆ ਨਹੀਂ ਜਾਂਦਾ। ਉਹਦੀ ਜਿਹੜੀ ਸਾਰੀ ਸ਼ਕਤੀ ਆ ਉਹ ਤੁਹਾਡੇ ਸਾਡੇ ਸਾਰੀ ਦੁਨੀਆ ਦੀ ਕਾਇਨਾਤ ਅੰਦਰ ਕੰਮ ਕਰ ਰਹੀ ਆ। ਉਹਦਾ ਤਖਤ ਤਾਂ ਹਮੇਸ਼ਾ ਹੀ ਅਟਲ ਹੈ, ਅਛਲ ਹੈ, ਚੱਲ ਰਿਹਾ, ਅਚਲ ਹੈ। ਤੋ ਅਸੀਂ ਆਪਣੀ ਬਣਾਈ ਚੀਜ਼ ਨੂੰ ਅਕਾਲ ਨਹੀਂ ਕਹਿ ਸਕਦੇ। ਸੋ ਸਾਡਾ ਉਹਦਾ ਨਾਂ ਸੀ ਅਕਾਲ ਬੁੰਗਾ, ਤਖਤ ਅਕਾਲ ਬੁੰਗਾ। ਤਖਤ ਸੀਗਾ ਉਹ ਖਾਲਸੇ ਦਾ, ਖਾਲਸੇ ਨੂੰ ਉੱਥੇ ਬਹਿ ਕੇ ਗੁਰਮਤਿ ਕਰਕੇ ਫੈਸਲੇ ਲੈਣੇ ਹੁੰਦੇ ਸੀ, ਤੇ ਬਿਲਡਿੰਗ ਦਾ ਨਾਂ ਸੀ ਅਕਾਲ ਬੁੰਗਾ। ਤੁਸੀਂ ਜਿੱਦਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੇ ਕਹਿੰਦੇ ਆ ਕਿ ਇਤਿਹਾਸ ਦੇ ਵਿੱਚ ਕਿ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਹੈ, ਤੁਸੀਂ ਉਸ ਫਲਸਫੇ ਨੂੰ ਨਹੀਂ ਮੰਨਦੇ ਕਿ ਉਹਨਾਂ ਨੇ ਕੀਤੀ? ਨਹੀਂ, ਇਹ ਫਲਸਫਾ ਮੈਂ ਇਸ ਕਰਕੇ ਨਹੀਂ ਮੰਨਦਾ ਕਿ ਫਲਸਫਾ ਹੈ ਨਹੀਂ, ਇਹ ਹਿਸਟਰੀ ਨੂੰ ਮਿਊਟੇਟ ਕੀਤਾ ਜਾ ਰਿਹਾ, ਕਿਉਂਕਿ ਇਹ ਸੂਟ ਕਰਦੀ ਹੈ ਸਾਡੀਆਂ ਰੂਲਿੰਗ ਪਾਵਰਸ ਨੂੰ। ਸਤਿਗੁਰ ਹਰਗੋਬਿੰਦ ਸਾਹਿਬ ਨੇ ਉੱਥੇ ਥੜਾ ਬਣਾਇਆ ਸੀ, ਕਿਉਂਕਿ ਜਦੋਂ ਗਵਾਲੀਅਰ ਕਿਲੇ ਤੋਂ ਵਾਪਸ ਆਏ ਆ ਤਾਂ ਉਸ ਵੇਲੇ ਉੱਥੇ ਉਹਨਾਂ ਦਾ ਜਿਹੜਾ ਤਾਇਆ ਹੈ ਪ੍ਰਿਥੀ ਚੰਦ, ਉਹ ਕਾਬਜ਼ ਹੋ ਚੁੱਕਿਆ ਸੀ। ਠੀਕ ਹੈ। ਤੇ ਸਤਿਗੁਰਾਂ ਨੇ ਉਹ ਜ਼ਮੀਨਾਂ ਜਾਇਦਾਦਾਂ ਤੇ ਉਹਦੇ ਪਿੱਛੇ ਝਗੜੇ ਨਹੀਂ ਸੀ ਕਰਦੇ, ਉਹਨਾਂ ਨੇ ਆਪਣਾ ਵੱਖਰਾ ਸਥਾਨ ਬਾਹਰ ਬਣਾ ਲਿਆ। ਉੱਥੇ ਉਹਨਾਂ ਨੇ ਸਵੇਰੇ ਸ਼ਾਮ ਪ੍ਰਚਾਰ ਕਰਨਾ ਜਾਂ ਆਰਮੀ ਟ੍ਰੇਨਿੰਗ ਜਾਂ ਫਾਈਟਿੰਗ ਦੀ ਮਾਰਸ਼ਲ ਟ੍ਰੇਨਿੰਗ ਇਹ ਉਹ, ਤੇ ਉਹਨਾਂ ਨੇ ਇੱਕ ਨਵਾਂ ਕਲਚਰ ਪੈਦਾ ਕੀਤਾ, ਉੱਥੇ ਰਹਿ ਕੇ ਕੀਤਾ। ਸੋ ਸਾਡਾ ਇਤਿਹਾਸਕ ਸਥਾਨ ਬਣ ਗਿਆ ਉਹ। ਠੀਕ ਹੈ। ਉਹ ਥੜਾ ਜਿਹੜਾ ਬਾਅਦ ਦੇ ਵਿੱਚ ਉਸ 'ਤੇ ਬਿਲਡਿੰਗ ਬਣਾਈ ਗਈ ਮਿਸਲਾਂ ਵੇਲੇ, ਤੇ ਉਸ ਨੂੰ ਅਕਾਲ ਬੁੰਗਾ ਕਹਿੰਦੇ ਸੀ। ਹੋਰ ਵੀ ਬੁੰਗੇ ਬਣੇ, ਇਹਨਾਂ 'ਚ ਇੱਕ ਬੁੰਗਾ ਇਹ ਵੀ ਸੀਗਾ ਅਕਾਲ ਬੁੰਗਾ। ਉਹ ਕਿਉਂਕਿ ਇਹ ਸਾਂਝਾ ਸੀਗਾ, ਬਾਕੀ ਬੁੰਗੇ ਹਰ ਮਿਸਲ ਦੇ ਆਪਣੇ ਸੀ, ਤੋ ਇਹ ਸਾਂਝਾ ਸੀਗਾ, ਇਸ ਕਰਕੇ ਉੱਥੇ ਇਕੱਠੇ ਹੋ ਜਾਂਦੇ ਸੀ। ਇਸ ਅਕਾਲ ਬੁੰਗਾ ਜਿਹੜਾ ਹੈ, ਇਸ ਦੇ ਵਿੱਚ ਅੰਗਰੇਜ਼ਾਂ ਨੇ ਆ ਕੇ ਆਪਣੇ ਐਡਮਿਨਿਸਟ੍ਰੇਟਰ ਲਗਾ ਦਿੱਤੇ, ਉਹਨਾਂ ਨੂੰ ਸਰਬਰਾਹ ਕਹਿੰਦੇ ਸੀ। ਠੀਕ ਹੈ। ਸਰਬਰਾਹ ਅਕਾਲ ਤਖਤ ਤੇ ਹਰਮੰਦਰ ਦਰਬਾਰ ਸਾਹਿਬ। ਦਰਬਾਰ। ਤੋ ਉਹ ਉਹਨਾਂ ਨੂੰ ਚੈਲੰਜ ਕੀਤਾ ਸਾਡੇ ਸਿੱਖਾਂ ਨੇ ਇਕੱਠੇ ਹੋ ਕੇ 1920 'ਚ। ਠੀਕ ਹੈ। ਤੇ ਉੱਥੇ ਜਗ੍ਹਾ ਜਗ੍ਹਾ ਗੁਰਦੁਆਰਿਆਂ ਨੂੰ ਜਥੇ ਭੇਜਦੇ ਸੀਗੇ ਜਿੱਥੇ ਕਿ ਪਿਕਟਿੰਗ ਦੀ ਜਾਂ ਘਰਾਓ ਦੀ ਲੋੜ ਸੀ। ਠੀਕ ਹੈ। ਤਾਂ ਉੱਥੇ ਇਹਨਾਂ ਨੇ 500 ਅਕਾਲੀ ਜਥਾ ਉੱਥੇ ਰੱਖਦਾ ਤੇ ਉਹਨਾਂ ਦਾ ਇੱਕ ਹੈੱਡ ਬਣਾ ਦਿੱਤਾ ਜਥੇਦਾਰ, ਉਹਨੂੰ ਅਕਾਲ ਤਖਤ ਤੇ ਪਰਮਾਨੈਂਟ ਤੌਰ ਤੇ ਰੱਖ ਲਿਆ। ਜਦੋਂ ਵੀ ਕਿਤੇ ਸੁਨੇਹਾ ਆਉਂਦਾ ਸੀ ਤਾਂ ਛੋਟੇ ਮੋਟੇ ਜਥੇ ਇੱਕ ਜਥੇਦਾਰ ਬਣਾ ਕੇ ਹੋਰ ਭੇਜ ਦਿੰਦੇ ਸੀਗੇ। ਠੀਕ ਹੈ। ਤਾਂ ਉਹ ਸੀਗਾ ਜਥੇਦਾਰ ਅਕਾਲੀ ਦਲ, ਜਿਹੜਾ ਕਿ ਅਕਾਲ ਬੁੰਗੇ 'ਚ ਬਹਿੰਦੇ ਸੀਗੇ। ਠੀਕ ਹੈ। ਤੋ ਇਹਨਾਂ ਨੇ 1925 ਵਿੱਚ ਇਸ ਨੂੰ ਅਕਾਲ ਤਖਤ ਕਹਿਣਾ ਸ਼ੁਰੂ ਕਰਤਾ ਅਚਾਨਕ ਹੀ। ਤੇ ਹੁਣ ਪ੍ਰੋਬਲਮ ਇਹ ਹੈ ਕਿ ਸਾਡੇ ਯੂਨੀਵਰਸਿਟੀ ਦੇ ਸਕਾਲਰ ਜਾਂ ਆਪਣੇ ਨਾਨ ਯੂਨੀਵਰਸਿਟੀ ਸਕਾਲਰਸ, ਪ੍ਰੀਚਰਸ, ਇਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਅਕਾਲ ਤਖਤ ਦਾ ਬਾਨੀ ਦੱਸਤਾ, ਜਦੋਂ ਕਿ ਉਸ ਦਾ ਆਧਾਰ ਕੋਈ ਹੈ ਨਹੀਂ। ਸਿੱਖਾਂ ਦਾ ਆਪਣਾ ਹੱਕ ਹੈ, ਅਗਰ ਸਿੱਖ ਚਾਹੁੰਦੇ ਆ ਇਹਨੂੰ ਅਕਾਲ ਤਖਤ ਕਹਿਣਾ, ਹੱਕ ਹੈ ਉਹਨਾਂ ਦਾ, ਡੈਮੋਕ੍ਰੈਟਿਕ ਰਾਈਟ ਹੈ। ਉਹ ਇਕੱਠੇ ਹੋ ਕੇ ਉਹਨਾਂ ਨੇ ਫੈਸਲਾ ਕਰ ਲਿਆ ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਨੇ ਕਿਹਾ ਵੀ ਜੋ ਤੁਸੀਂ ਫੈਸਲਾ ਕਰਦੇ ਹੋ ਮਨਜ਼ੂਰ ਹੈ, ਠੀਕ ਹੈ। ਲੇਕਿਨ ਅਸੀਂ ਓਬਜੈਕਸ਼ਨ ਕਰਾਂਗੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਤੇ ਗੁਰਬਾਣੀ ਦੇ ਵਿੱਚ ਕਿਸੇ ਤਖਤ ਨੂੰ ਅਕਾਲ ਕਹਿਣਾ ਗਲਤ ਹੈ। ਉਹ ਅਸੀਂ ਸਿਧਾਂਤਕ ਤੌਰ ਤੇ, ਫਿਲਾਸਫੀਕਲ ਤੌਰ ਤੇ ਉਹਦੀ ਕਲੈਰਿਟੀ ਦੇ ਸਕਦੇ, ਉਹ ਮੰਨਣ ਨਾ ਮੰਨਣ ਵੱਖਰੀ ਗੱਲ ਹੈ। ਇਹ ਡਾਇਲੋਗ ਚੱਲਦਾ ਰਹਿੰਦਾ, ਇਹਦਾ ਮਤਲਬ ਨਹੀਂ ਕਿ ਅਸੀਂ ਤਕਰਾਰ ਕਰੀਏ, ਸਿਰ ਫੁਟਾਲ ਕਰੀਏ, ਉਹ ਕੋਈ ਗੱਲ ਨਹੀਂ। ਇਹਦਾ ਮਤਲਬ ਹੈ ਕਿ ਅਸੀਂ ਆਪਸ ਵਿੱਚ ਤਰਕ ਹੈ ਜਿਹੜੇ ਉਹ ਕਰ ਸਕਦੇ ਹਾਂ, ਠੀਕ ਹੈ ਨਾ। ਤੋ ਇਸ ਕਰਕੇ ਜਿਹੜਾ ਅਕਾਲ ਤਖਤ ਦਾ ਜਿਹੜਾ ਇਤਿਹਾਸ ਹੈ 1925 ਤੋਂ ਸ਼ੁਰੂ ਹੁੰਦਾ। ਠੀਕ ਹੈ। ਤੁਹਾਡਾ ਕਹਿਣ ਦਾ ਮਤਲਬ ਕਿ ਜਿਹੜਾ ਸ਼ਬਦ ਤੁਸੀਂ ਕਹਿ ਰਹੇ ਹੋ ਕਿ 1920 ਤੋਂ ਬਾਅਦ ਯੂਜ਼ ਹੋਣਾ ਸਟਾਰਟ ਹੋਇਆ, ਇਹ ਇਸਤੇਮਾਲ ਹੋਣਾ, ਇਹਦਾ ਮਤਲਬ ਇਹ ਹੈ ਕਿ ਇਸ ਤੋਂ ਪਹਿਲਾਂ ਜਿਹੜਾ ਅਕਾਲ ਤਖਤ ਸ਼ਬਦ ਸੀਗਾ ਉਹ ਇਸਤੇਮਾਲ ਦੇ ਵਿੱਚ ਨਹੀਂ ਸੀਗਾ? ਅਕਾਲ ਬੁੰਗਾ ਇਸਤੇਮਾਲ ਹੁੰਦਾ ਸੀ। ਠੀਕ ਹੈ। ਅਕਾਲ ਬੁੰਗਾ ਇਸਤੇਮਾਲ ਹੁੰਦਾ ਸੀ। ਫਿਰ ਜਦੋਂ ਇਹਨਾਂ ਦੀ ਸਿੱਖ ਗੁਰਦੁਆਰਾ ਐਕਟ ਬਣ ਗਿਆ ਤੇ ਇਹਨਾਂ ਦੇ ਪ੍ਰਿੰਟਿੰਗ ਪੇਪਰ ਵਗੈਰਾ ਸ਼ੁਰੂ ਹੋਏ, ਉਹ ਤੇ ਫਿਰ ਅਕਾਲ ਤਖਤ ਆਉਣਾ ਸ਼ੁਰੂ ਹੋ ਗਿਆ। ਸਰ, ਜਿੱਦਾਂ ਅਸੀਂ ਹੁਣ ਤੁਸੀਂ ਦੱਸ ਰਹੇ ਹੋ ਇਸ ਚੀਜ਼ਾਂ, ਕਿਤੇ ਇਹ ਤਾਂ ਨਹੀਂ ਵੀ ਇਹਨਾਂ ਚੀਜ਼ਾਂ ਦੇ ਕਾਰਨ ਹੁਣ ਜਿਹੜਾ ਇੱਕ ਨਵਾਂ ਵਿਵਾਦ ਖੜਾ ਹੋ ਜਾਵੇ? ਨਹੀਂ, ਉਹ ਵਿਵਾਦ ਦੀ ਕੋਈ ਗੱਲ ਨਹੀਂ। ਸਿੱਖਾਂ ਨੇ ਫੈਸਲਾ ਕੀਤਾ ਕਿ ਇਹਦਾ ਨਾਂ ਅਕਾਲ ਤਖਤ ਤਾਂ ਠੀਕ ਹੈ, ਫਾਈਨ। ਠੀਕ ਹੈ। ਮਤਲਬ ਕਿ ਤੁਸੀਂ ਠੀਕ ਕਹਿ ਰਹੇ ਹੋ ਵੀ ਜੇ ਚੱਲਦੇ ਨੇ ਤਾਂ ਠੀਕ ਹੈ। ਕੋਈ ਸਿੱਖਾਂ ਦੇ ਵਿੱਚ ਜਿਹੜੀ ਲੋਕ ਰਾਏ ਹੈ ਨਾ ਸਿੱਖਾਂ ਦੀ, ਉਹ ਮੈਟਰ ਕਰਦੀ ਹੈ। ਠੀਕ ਹੈ। ਠੀਕ ਹੈ। ਸਿੱਖ ਕੱਲ ਨੂੰ ਕੋਈ ਹੋਰ ਮਤਾ ਪਾਸ ਕਰ ਦੇਣ ਤਾਂ ਇਹ ਸਾਡਾ ਅਧਿਕਾਰ ਹੈ। ਠੀਕ ਹੈ। ਠੀਕ ਹੈ। ਸਾਡਾ ਸਮੂਹ ਦਾ ਅਧਿਕਾਰ ਹੈ। ਠੀਕ ਹੈ। ਇਸੇ ਕਰਕੇ ਅਸੀਂ ਵੱਖਰੇ ਜਾਣੇ ਜਾਂਦੇ ਹਾਂ। ਠੀਕ ਹੈ। ਕਿ ਸਾਨੂੰ ਤੁਸੀਂ ਸਿਰਫ ਹਿਸਟੋਰੀਕਲ ਫੈਕਟਸ ਦੱਸ ਰਹੇ ਹੋ, ਪਰ ਇਸ ਦੇ ਨਾਲ ਜੋ ਹੁਣ ਹੋਇਆ ਹੈ ਉਹਦੇ ਨਾਲ ਤੁਹਾਡਾ ਕੋਈ ਤਰਕ ਵਿਤਰਕ ਨਹੀਂ ਹੈ? ਨਹੀਂ, ਕੋਈ ਤਰਕ ਨਹੀਂ। ਸਾਡਾ ਸਿੱਖਾਂ ਦਾ ਮਿਊਚੁਅਲੀ ਅਸੀਂ ਆਪਸ ਦੇ ਵਿੱਚ ਕੋਈ ਮਤਾ ਪਕਾਉਂਦੇ ਆ ਤਾਂ ਅਸੀਂ ਉਹਨੂੰ ਮੰਨਦੇ ਹਾਂ। ਠੀਕ ਹੈ। ਭਾਵੇਂ ਉਹ ਮੈਨੂੰ ਫੇਵਰ ਕਰਦਾ ਨਹੀਂ ਕਰਦਾ, ਉਹ ਵੱਖਰੀ ਗੱਲ ਆ। ਜੇ ਮੈਨੂੰ ਨਹੀਂ ਫੇਵਰ ਕਰਦਾ, ਮੈਂ ਉਹਦਾ ਕ੍ਰਿਟੀਕਲ ਐਨਾਲਿਸਿਸ ਕਰਕੇ ਦਊਂਗਾ। ਇਹਦਾ ਮਤਲਬ ਇਹ ਨਹੀਂ ਕਿ ਮੈਂ ਮੰਨਣਾ ਨਹੀਂ ਹੈ, ਕਿਉਂਕਿ ਇਸ ਦੇ ਨਾਲ ਸਾਡੀਆਂ ਕਮਜ਼ੋਰੀਆਂ ਦੂਰ ਹੁੰਦੀਆਂ। ਠੀਕ ਹੈ। ਠੀਕ ਹੈ। ਕਮਜ਼ੋਰੀ ਦੂਰ ਕਰਨੀ ਜਿਹੜੀ ਫਿਲਾਸਫੀਕਲੀ ਜਾਂ ਸਿਧਾਂਤਕ ਤੌਰ ਤੇ ਕਮਜ਼ੋਰੀ ਹੋਵੇ, ਉਹ ਜਿੰਨੀ ਦੂਰ ਕਰਾਂਗੇ ਫਿਰ ਅਸੀਂ ਦੂਰ ਤੱਕ ਜਾ ਸਕਾਂਗੇ। ਤੇ ਜੇ ਅਸੀਂ ਛੋਟੀਆਂ ਗਲਤੀਆਂ ਨੂੰ ਅਵੋਇਡ ਕਰਾਂਗੇ ਤਾਂ ਕਿਤੇ ਨਾ ਕਿਤੇ ਫਸ ਜਾਾਂਗੇ ਜਾ ਕੇ। ਇਹ ਚੀਜ਼ ਹੁੰਦੀ ਹੈ।
ਸਰ ਜਿੱਦਾਂ ਤੁਸੀਂ ਦੱਸਿਆ ਕਿ ਐਨਾਲਿਸਿਸ ਕਰਨਾ ਬਹੁਤ ਜ਼ਰੂਰੀ ਹੈਗਾ ਤੇ ਅੱਜ ਜਿਹੜੀ ਸਭਾ ਹੋ ਕੇ ਹਟੀ ਹੈ ਤੁਸੀਂ ਵੀ ਅੰਦਰ ਸੀਗੇ ਤੇ ਮੈਂ ਵਿਚਾਰ ਵੀ ਤੁਹਾਡੇ ਵੀ ਸੁਣੇ ਹੈਗੇ ਆ ਤਾਂ ਤੁਸੀਂ ਕੀ ਵੇਖਦੇ ਆ ਹੁਣ ਕਿ ਅਗਲੀ ਪੀੜ੍ਹੀ 1984 ਨੂੰ ਕਿੱਦਾਂ ਵੇਖੇਗੀ ਕਿਤੇ ਇਹ ਤਾਂ ਨਹੀਂ ਗਿਲਾ ਕਰੇਗੀ ਕਿ ਸਾਡੇ ਬਜ਼ੁਰਗਾਂ ਨੇ ਸਹੀ ਸਟੈਪ ਨਹੀਂ ਲਿੱਤੇ ਕਿ ਹਲੇ ਤੱਕ ਦੋਸ਼ੀ ਬਾਹਰ ਘੁੰਮਦੇ ਸੀਗੇ ਹੋ ਸਕਦਾ ਸ਼ਾਇਦ ਅਸੀਂ ਕਦੇ ਵੀ ਸਜ਼ਾਵਾਂ ਨਾ ਦਵਾ ਪਾਉਣ ਅਸੀਂ ਜਿਹੜੇ ਦੋਸ਼ੀ ਆ ਇੱਦਾਂ ਹੀ ਨੈਚੁਰਲ ਡੈਥ ਹੀ ਉਹਨਾਂ ਦੀ ਹੋ ਜਾਵੇ ਵੈਲ ਨੈਚੁਰਲ ਡੈਥ ਤਾਂ ਸਭ ਦੀ ਹੋਣੀ ਆ ਉਹ ਤਾਂ ਕੋਈ ਗੱਲ ਨਹੀਂ ਲੇਕਿਨ ਜਿਹੜੀ ਗੱਲ ਹੈ ਉਹ ਇਹ ਹੈ ਕਿ ਸਿੱਖਾਂ ਦੀ ਜਿਹੜੀ ਫਲੋਟਿੰਗ ਨੇਸ਼ਨਹੁੱਡ ਹੈ ਉਸ ਨੂੰ ਇੰਡੀਅਨ ਨੇਸ਼ਨ ਨੇ ਕਿਲ ਕਰਨਾ ਸ਼ੁਰੂ ਕਰਤਾ ਉਹ 1984 ਹੈ ਜਿਹੜਾ ਉਹਦੀ ਕਲਮੀਨੇਸ਼ਨ ਹੈ ਰਾਈਟ ਤੇ ਨਵੰਬਰ ਵਿੱਚ ਜੋ ਕਤਲੇਆਮ ਹੋਇਆ ਉਹ ਵੀ ਇਹ ਹੈ ਕਿ ਇਹ ਲੋਕ ਰਜਿਸਟ ਕਰਦੇ ਆ ਹੈ ਇਹਨਾਂ ਨੇ ਇੰਦਰਾ ਗਾਂਧੀ ਮਾਰਤੀ ਤੁਹਾਨੂੰ ਪਤਾ ਫਿਰ ਬਾਅਦ ਹੀ ਵੈਦਿਆ ਵੀ ਮਾਰਿਆ 2-4 ਹੋਰ ਬੰਦੇ ਮਾਰੇ ਆ ਜਨਰਲ ਵੈਦਾ ਹੀ ਮਾਰਿਆ ਤੋ ਇਹ ਜਿਹੜੀ ਸਿੱਖਾਂ ਦੀ ਰੈਜ਼ਿਸਟੈਂਸ ਹੈ ਉਸ ਨੂੰ ਉਹਨਾਂ ਨੇ ਸੋਚਿਆ ਕਿਲ ਕਰਨੀ ਪੈਣੀ ਹੈ ਐਂਡ ਦੇ ਡਿਡ ਇਟ ਸੋ ਇਟ ਵਾਸ ਸਟੇਟ ਸਪਾਂਸਰਡ ਮੈਸਾਕਰ ਐਟ ਦੈਟ ਟਾਈਮ ਤੇ ਜਿਹੜੀ ਇਹ ਸਟੇਟ ਦਾ ਮੈਸਾਕਰ ਨਹੀਂ ਹੈ state was hijacked by Indira Gandhi or her son long ago during emergency also and during 84 Blue Star operation attack on Darbar Sahib and after the death of Indira Gandhi ਜਿਹੜੀ Indian state ਹੈ that was hijacked from Indian constitutional powers India ਦੀਆਂ constitutional powers ਦੇ ਕੋਲੋਂ Indian state hijack ਕਰ ਲਈ ਗਈ ਠੀਕ ਹੈ by those administrators ਜਿਹੜੇ ਕਿ ਸਵਰਨ ਜਾਤੀ ਦੇ ਸੀਗੇ ਠੀਕ ਹੈ ਤੇ ਉਹ ਸਵਰਨ ਜਾਤੀ ਇੰਡੀਆ ਦੀ 3% ਆ ਹਾਰਡਲੀ ਤੇ 3% ਚੋਂ ਵੀ ਮੇਰੇ ਖਿਆਲ 1% ਆ ਜਿਹੜਾ ਰਾਜ ਕਰ ਰਹੀ ਹੈ ਤੇ ਉਹਨਾਂ ਨੇ ਸਾਰਾ ਕਾਰਾ ਕੀਤਾ ਤੇ ਪਾਵਰ ਵਿੱਚ ਉਹਨਾਂ ਦਾ ਦਿਮਾਗ ਦਾ ਬੈਲੈਂਸ ਨਹੀਂ ਰਿਹਾ ਤੇ ਇਸ ਕੰਟਰੀ ਨੂੰ ਮਹਾਨ ਬਣਾਉਣ ਦੀ ਜਗ੍ਹਾ ਇੱਕ ਉਹ ਲੋਕ ਜਿਹੜੇ ਕਿ ਇੱਕ ਨੇਸ਼ਨਹੁੱਡ ਦਾ ਆਨੰਦ ਮਾਣਦੇ ਰਹੇ ਹੈ ਇੰਡੀਅਨ ਨੇਸ਼ਨ ਦੇ ਪੈਦਾ ਹੋਣ ਤੋਂ ਪਹਿਲਾਂ ਦੇ ਹੀ ਉਸ ਨੂੰ ਇੰਡੀਅਨ ਨਵੀਂ ਜਿਹੜੀ ਬਣੀ ਨੇਸ਼ਨ ਹੈ ਉਸ ਦੇ ਜ਼ੋਰ ਨਾਲ ਖਤਮ ਕਰਨਾ ਸ਼ੁਰੂ ਕਰਤਾ ਤਾਂ ਹੁਣ ਜੇ ਇਸ ਪਰਸਪੈਕਟਿਵ ਤੋਂ ਅਸੀਂ ਸਾਰੀ ਗੱਲ ਬਾਰ-ਬਾਰ ਰੱਖਾਂਗੇ ਦੁਨੀਆ ਸਾਹਮਣੇ ਤਾਂ ਸਾਡਾ ਜਿਹੜਾ ਯੂਥ ਹੈ ਉਹ ਪਛਤਾਏਗਾ ਨਹੀਂ ਕਿਉਂਕਿ ਉਹਨੂੰ ਠੀਕ ਪਰਸਪੈਕਟਿਵ 'ਚ ਗੱਲ ਸਮਝ ਆਏਗੀ ਸਰ ਅੰਦਰ ਮੈਂ ਵਿਚਾਰ ਸੁਣ ਰਿਹਾ ਸੀਗਾ ਮੇਰਾ ਆਖਰੀ ਕੁਐਸਚਨ ਇਹੀ ਹੈ ਅੰਦਰ ਇਹ ਵੀ ਗੱਲਾਂ ਚੱਲ ਰਹੀ ਸੀ ਕਿ ਜਿਹੜਾ ਮੀਡੀਆ ਵੀ ਹੈਗਾ ਉਹ ਵੈਸੇ ਅਸੀਂ ਗੱਲਾਂ ਕਰਦੇ ਹਾਂ ਕਿ ਵਿਖਾਉਣ ਦੀ ਕੋਸ਼ਿਸ਼ ਕਰਦਾ ਨਿਰਪੱਖ ਤਰੀਕੇ ਦੇ ਨਾਲ ਪਰ ਅੰਦਰ ਮੈਂ ਵਿਚਾਰ ਸੁਣ ਰਿਹਾ ਸੀ ਵੀ ਹਲੇ ਵੀ ਹੈਗਾ ਕਿ ਮੀਡੀਆ ਸਹੀ ਤਰੀਕੇ ਦੇ ਨਾਲ ਘੱਟ ਗਿਣਤੀਆਂ ਦੀ ਜਾਂ ਕਮਜ਼ੋਰ ਵਰਗ ਦੀ ਜਿਹੜੀ ਆ ਉਹ ਗੱਲ ਸਾਹਮਣੇ ਨਹੀਂ ਰੱਖ ਪਾਉਂਦਾ ਹਾਂ ਕੁਛ ਗੱਲ ਇਹਦੇ 'ਚ ਇਹ ਹੈਗੀ ਆ ਕਿ ਹੁਣ ਸੋਸ਼ਲ ਮੀਡੀਆ ਬਹੁਤ ਆ ਗਿਆ ਉਹਦੇ ਕਰਕੇ ਗੱਲ ਆਉਣੀ ਸ਼ੁਰੂ ਹੋ ਗਈ ਲੇਕਿਨ ਜਿਹੜਾ ਐਸਟੈਬਲਿਸ਼ ਮੀਡੀਆ ਸੀ ਜਿਹਨੂੰ ਟ੍ਰੈਡੀਸ਼ਨਲ ਮੀਡੀਆ ਤੁਸੀਂ ਕਹਿੰਦੇ ਆ ਰੇਡੀਓ ਜਾਂ ਸੈਟੇਲਾਈਟ ਟੀਵੀ ਚੈਨਲ ਸੈਟੇਲਾਈਟ ਟੀਵੀ ਚੈਨਲ ਜਿਹੜੇ ਸਪਾਂਸਰਡ ਹੈਗੇ ਆ ਜਾਂ ਕਾਰਪੋਰੇਟਸ ਦੇ ਦੁਆਰਾ ਸਪਾਂਸਰਡ ਹੈ ਕਾਰਪੋਰੇਟਸ ਦੇ ਆਪਣੇ ਬੜੇ ਚੈਨਲ ਆ ਉਹ ਦੇ ਆਰ ਹਾਈਲੀ ਰੈਗੂਲੇਟਡ ਤੇ ਉਹ ਇੰਡੀਆ ਨੂੰ ਇੱਕ ਕੈਪੀਟਲਿਸਟਿਕ ਨੈਸ਼ਨਲ ਪ੍ਰੋਜੈਕਟ ਦੇ ਤੌਰ ਤੇ ਦੇਖਦੇ ਆ ਮਤਲਬ ਕਿ ਉਹ ਉਹੀ ਵਿਖਾਉਂਦੇ ਆ ਦੁਨੀਆ ਨੂੰ ਜੋ ਪੋਲੀਟੀਸ਼ੀਅਨ ਚਾਹੁੰਦੇ ਆ ਉਹੀ ਸਾਹਮਣੇ ਕਿਉਂਕਿ ਗਰੀਬ ਵਰਗ ਨੂੰ ਤਾਂ ਪਤਾ ਹੀ ਨਹੀਂ ਨਾ ਬਲਕਿ ਪੋਲੀਟੀਸ਼ੀਅਨ ਤਾਂ ਉਹ ਕਰਦੇ ਆ ਜੋ ਕੈਪੀਟਲਿਸਟ ਕਾਰਪੋਰੇਸ਼ਨਸ ਕਰਦੀਆਂ ਤੋ ਜਿਹੜੇ ਪੋਲੀਟੀਸ਼ੀਅਨਸ ਹੈ ਤਾਂ ਉਹਨਾਂ ਦੇ ਨਾ ਕਨਵੇਅਰ ਹੈ ਦੇ ਹੈਵ ਨੋ ਪਾਵਰ ਠੀਕ ਹੈ ਕਿਉਂਕਿ ਇਹਨਾਂ ਨੂੰ ਫਾਈਨਾਂਸ ਵੀ ਉਹੀ ਕਰਦੇ ਆ ਚੋਣਾਂ 'ਚ ਮਤਲਬ ਕਿ ਤੁਹਾਡਾ ਕਹਿਣ ਦਾ ਮਤਲਬ ਹੈ ਅਸਲ ਦੇ ਵਿੱਚ ਸੱਤਾ ਦੇ ਉੱਤੇ ਅੰਬਾਨੀ ਤੇ ਅਡਾਨੀ ਬੈਠੇ ਨੇ ਯੈਸ ਪੀਪਲ ਲਾਈਕ them ਉਹ ਜਿਹੇ ਹੋਰ ਦਰਜਨ ਹੋਣਗੇ ਠੀਕ ਹੈ ਕਿਉਂਕਿ ਜਿਹੜੀ ਇੰਡੀਆ ਦੀ ਪ੍ਰੋਬਲਮ ਹੈ ਇੰਡੀਆ ਇਹ ਸੋਚ ਰਿਹਾ ਹੈਗਾ ਕਿ ਦੁਨੀਆ ਭਰ ਵਿੱਚ ਕਾਰਪੋਰੇਸ਼ਨਸ ਦਾ ਰਾਜ ਚੱਲ ਰਿਹਾ ਤੇ ਕਾਰਪੋਰੇਟ ਮਨੀ ਹੈ ਜਿਹੜੀ ਉਹ ਰਾਜ ਕਰ ਰਹੀ ਹੈ ਤਾਂ ਇਹ ਸੋਚਦੇ ਆ ਕਿ ਸਾਡੇ ਵੀ ਕਾਰਪੋਰੇਟਸ ਹੋਣ ਜਿਹੜੇ ਗਲੋਬਲ ਲੈਵਲ ਦੇ ਕਾਰਪੋਰੇਟਸ ਦੇ ਨਾਲ ਚੱਲਣ ਇਕੁਅਲ ਫੁਟਿੰਗ ਤੇ ਤਾਂ ਇੰਡੀਆ ਨੂੰ ਫਾਇਦਾ ਹੋ ਸਕਦਾ ਵੈਲ ਉਸ ਲੈਵਲ ਤੇ ਠੀਕ ਆ ਉਹ ਕਿ ਤੁਸੀਂ ਓਲੰਪਿਕਸ ਦੇ ਵਿੱਚ ਦੌੜਨ ਲਈ ਐਥਲੀਟ ਪੈਦਾ ਕਰਦੇ ਹੋ ਫਾਈਨ ਜੇ ਮੈਡਲ ਜਿੱਤਣਾ ਤਾਂ ਇੱਦਾਂ ਹੀ ਹੋਊਗਾ ਸੋ ਤੁਸੀਂ ਕਾਰਪੋਰੇਟ ਕੈਪੀਟਲਿਸਟ ਲੈਵਲ ਦੇ ਉੱਤੇ ਉਹਨਾਂ ਨੇਸ਼ਨ ਦੇ ਨਾਲ ਮੁਕਾਬਲਾ ਕਰਦੇ ਹੋ ਤਾਂ ਤੁਸੀਂ ਆਪਣੇ ਕੁਝ ਕਾਰਪੋਰੇਟ ਜਿਹੜੇ ਹੈਗੇ ਆ ਉਹਨਾਂ ਨੂੰ ਪੈਸੇ ਦੇ ਤੌਰ ਤੇ ਉਨਾ ਹਾਈ ਕਰ ਰਹੇ ਹੋ ਜਿੰਨੇ ਕਿ ਉਹ ਨੇ ਠੀਕ ਹੈ ਉਹ ਹੋ ਜਾਏਗਾ ਤੇ ਹੋ ਵੀ ਗਿਆ ਲਗਭਗ ਤੋ ਪਰ ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਉਹ ਕੰਟਰੀ ਜਿਨ੍ਹਾਂ ਦੀ ਪਾਪੂਲੇਸ਼ਨ ਕੀ ਦੀ 3.5 ਕਰੋੜ ਹੈ ਤੇ ਇੰਡੀਆ ਦੇ ਨਾਲੋਂ 4 ਗੁਣਾ ਵੱਧ ਉਹਨਾਂ ਦੀ ਟੈਰੀਟਰੀ ਆ ਪਾਪੂਲੇਸ਼ਨ ਅਮਰੀਕਾ ਦੀ 25-30 ਕਰੋੜ ਆ ਪਰ ਸਾਡੇ ਨਾਲੋਂ 4 ਗੁਣਾ ਵੱਧ ਉਹਨਾਂ ਦੀ ਟੈਰੀਟਰੀ ਆ ਉਹਨਾਂ ਦਾ ਮਾਡਲ ਸਾਡੇ 135-40 ਕਰੋੜ ਲੋਕਾਂ ਲਈ ਕਿਵੇਂ ਫਿੱਟ ਹੋਊਗਾ ਨਾ ਇਟਸ ਨਾਟ ਪੋਸੀਬਲ ਤੋ ਇਹ ਗਲਤੀ ਕਰ ਰਿਹਾ ਪਰ ਹੋ ਸਕਦਾ ਹੈ ਕਿ ਜਾਣਦੇ ਵੀ ਹੋਣ ਕਿ ਇਹ ਗਲਤੀ ਆ ਪਰ ਡੈਮੋਕ੍ਰੇਸੀ 'ਚ ਇੱਕ ਵੱਡੀ ਪ੍ਰੋਬਲਮ ਹੈ ਜੇ ਤੁਸੀਂ ਪ੍ਰੋਪਰ ਸਟੈਪ ਚੱਕੋ ਤਾਂ ਦੁਨੀਆ ਤੁਹਾਨੂੰ ਕਹਿੰਦੀ ਹੈ ਡਿਕਟੇਟਰ ਹੈ ਠੀਕ ਹੈ ਤੇ ਜੇ ਤੁਸੀਂ ਲੋਕ ਰਾਏ ਇਕੱਠੀ ਕਰੋ ਲੋਕ ਇੰਨੀਆਂ ਬਰੀਕ ਗੱਲਾਂ ਸਮਝਦੇ ਨਹੀਂ
ਇਹ ਪ੍ਰੋਬਲਮ ਹੈ ਨਾ, ਤਾਂ ਫਿਰ ਇਹੀ ਦੇਖਣਾ ਪੈਂਦਾ ਕਿ ਅਸੀਂ ਚਾਈਨਾ ਨੂੰ ਦੱਬ ਸਕਦੇ ਹਾਂ, ਅਸੀਂ ਪਾਕਿਸਤਾਨ ਨੂੰ ਠੋਕ ਸਕਦੇ ਹਾਂ, ਫਿਰ ਸਾਨੂੰ ਆਹੀ ਰਹਿੰਦਾ ਕਿਉਂਕਿ ਸਾਨੂੰ ਇਹੀ ਚੀਜ਼ਾਂ ਇਨਫਲੂਐਂਸ ਕਰਦੀਆਂ। ਬਰੀਕੀ ਅਸੀਂ ਸਮਝਣੀ ਨਹੀਂ, ਤਾਂ ਫਿਰ ਪੋਲੀਟੀਸ਼ੀਅਨ ਕੀ ਕਰਦੇ ਆ, ਮਤਲਬ ਕਿ ਅਸੀਂ ਇਹੀ ਵਿਖਾਉਂਦੇ ਆ ਵੀ ਸਾਡਾ 56 ਇੰਚ ਦਾ ਸੀਨਾ ਹੈਗਾ, ਕਿਉਂਕਿ ਇੰਨੀ ਹਲਕੀ ਫੁਲਕੀਆਂ ਚੀਜ਼ਾਂ ਲੋਕਾਂ ਨੂੰ ਚੰਗੀਆਂ ਲੱਗਦੀਆਂ ਤਾਂ ਲੋਕ ਇਸ ਤੇ ਸੈਟੀਸਫਾਈ ਹੁੰਦੇ। ਫਿਰ ਪੋਲੀਟੀਸ਼ੀਅਨ ਸੋਚਦਾ ਜੇ ਮੈਂ ਨਵੀਂ ਗੱਲ ਕੀਤੀ ਤਾਂ ਇਹਨਾਂ ਨੇ ਮੈਨੂੰ ਡਿਕਟੇਟਰ ਕਹਿਣਾ, ਬਿਹਤਰ ਹੈ ਜੋ ਇਹ ਕਹਿੰਦੇ ਉਦਾਂ ਹੀ ਕਰੀ ਚਲੋ, ਕਾਰਪੋਰੇਟਸ ਨੂੰ ਤਗੜੇ ਕਰੋ, ਲਓ ਜੀ ਅਸੀਂ ਆਹ ਕਰਤਾ ਜੀ ਲਾਈਕ ਦੈਟ। ਤੋ ਇਸ ਕਰਕੇ 84 ਦਾ ਜਿਹੜਾ ਮੈਸੈਕਰ ਹੋਇਆ ਨਾ, ਇਹ ਐਕਚੁਅਲੀ ਇਟਸ ਅ ਨੈਚੁਰਲ ਕਲਮੀਨੇਸ਼ਨ। ਇਹ ਕਹਿਣਾ ਵੀ ਕਿਸੇ ਨੇ ਜਿੱਦਬਾਜ਼ੀ ਕਰਿਆ ਨਹੀਂ, ਇਹ ਜੋ ਕਾਰਪੋਰੇਟ ਵਰਲਡ ਹੈ, ਗਲੋਬਲ ਕਾਰਪੋਰੇਟ ਜਿਹੜੀ ਆਪਣੀ ਇਕਨੋਮੀ ਹੈ, ਇਹ ਹੋਣੀ ਹੋਣਾ ਸੀ ਕਿਉਂਕਿ ਜਿਹੜੇ ਕਾਰਪੋਰੇਟ ਵਰਲਡ ਹੈ ਉਹ ਆਰਗੇਨਾਈਜ਼ਡ ਗਰੁੱਪਸ ਨੂੰ ਪਸੰਦ ਨਹੀਂ ਕਰਦਾ। ਠੀਕ ਹੈ, ਉਹ ਚਾਹੁੰਦਾ ਅਨਆਰਗੇਨਾਈਜ਼ਡ ਲੇਬਰ ਮਿਲੇ ਸਾਨੂੰ ਬਸ, ਤੇ ਬਾਕੀ ਚੁੱਪ ਚਪੀਤੇ ਮਰ ਜਾਣ। ਹੁਣ ਕੱਲ੍ਹ ਨੂੰ ਰੋਬੋਟਸ ਆ ਰਹੇ ਆ ਬੜੀ ਤੇਜ਼ੀ ਨਾਲ, ਇੰਡੀਅਨ ਇੰਡਸਟਰੀ 30-35% ਆਲਰੇਡੀ ਰੋਬੋਟਿਕ ਪਾਵਰ ਕੰਮ ਕਰ ਰਹੀ ਆ। ਕੱਲ੍ਹ ਨੂੰ ਅਗਰ ਬੰਦੇ ਹਿਊਮਨ ਲੇਬਰ ਨੂੰ ਰਿਪਲੇਸ ਕਰਦੇ ਰੋਬੋਟਸ ਆ ਗਏ ਤਾਂ ਸਾਡੀ ਪਾਪੂਲੇਸ਼ਨ ਕਿੱਥੋਂ ਖਾਊਗੀ? ਜਿਹੜੇ ਉਹ 3.5 ਕਰੋੜ ਆ 30 ਕਰੋੜ ਤੱਕ ਦੀ ਪਾਪੂਲੇਸ਼ਨ ਵਾਲੇ ਆ, ਉਹ ਤਾਂ ਕੋਈ ਪੈਕੇਜ ਦਿੰਦੇ ਆ। ਹੁਣ $2,000 ਦਾ ਡਾਲਰ ਦਾ ਪੈਕੇਜ ਇਹਨਾਂ ਨੇ ਦਿੱਤਾ ਹੈ ਕੈਨੇਡਾ ਨੇ ਕੋਵਿਡ-19 ਦੇ ਮਾਮਲੇ 'ਚ, ਪਰ ਸਾਡੇ ਤਾਂ 2,000 ਰੁਪਇਆ ਦੇਣ ਤੇ ਵੀ ਚੀਕਾਂ ਮਾਰਨ ਲੱਗ ਪੈਂਦੇ ਕਿਉਂਕਿ ਦੇਣ ਕਿੱਥੋਂ? 140 ਕਰੋੜ ਪਾਪੂਲੇਸ਼ਨ ਹੈ, ਪ੍ਰੋਬਲਮ ਹੈ ਨਾ। ਸੋ ਨੈਚੁਰਲੀ ਜਿਹੜਾ ਨਕਲ ਮਾਰਦਾ ਹੈ ਉਹਨੇ ਫਿਰ ਬਾਅਦ ਦੇ ਵਿੱਚ ਤੰਗ ਹੋਣਾ ਹੁੰਦਾ, ਤੋ ਉਹ ਅਸੀਂ ਹੋ ਰਹੇ ਹਾਂ। ਬਟ ਇਟਸ ਅ ਨੈਚੁਰਲ ਕਲਮੀਨੇਸ਼ਨ ਜੋ ਕੁਝ ਹੋ ਰਿਹਾ, ਤੇ ਇਹਦੇ ਵਿੱਚ ਕੱਲ੍ਹ ਨੂੰ ਮਾਈਨੋਰਟੀਜ਼ ਲਈ ਹੋਰ ਵੀ ਪ੍ਰੋਬਲਮ ਆ ਸਕਦੀਆਂ ਕਿਉਂਕਿ ਮੈਜੋਰਿਟੀ ਹੈ ਜਿਹੜੀ, ਉਹਨਾਂ ਨੂੰ ਪਹਿਲਾਂ ਮਾਈਨੋਰਟੀ ਨੂੰ ਤੰਗ ਕਰਕੇ ਮੈਜੋਰਿਟੀ ਨੂੰ ਸੈਟੀਸਫਾਈ ਕੀਤਾ ਜਾਊਗਾ, ਤੇ ਮੈਜੋਰਿਟੀ ਜਿਹੜੀ ਹੈ ਉਸੇ ਸੈਟਿਸਫੈਕਸ਼ਨ 'ਚ ਆਪ ਵੀ ਮਰੀ ਜਾਊਗੀ ਕਿਉਂਕਿ ਉਹਨਾਂ ਦਾ ਧਿਆਨ ਉੱਧਰ ਹੀ ਰਹਿੰਦਾ ਵੀ ਉਹਨਾਂ ਨੂੰ ਠੋਕਤਾ। ਬਿਲਕੁਲ, ਆਪਣੀ ਪਰੇਸ਼ਾਨੀਆਂ ਦਾ ਕੋਈ ਉਹਨਾਂ ਨੂੰ ਪਰਵਾਹ ਨਹੀਂ ਹੈਗੀ ਕਿ ਸਾਡੇ ਕੋਲ ਜੌਬ ਨਹੀਂ ਹੈਗੀ, ਸਾਡੇ ਘਰ ਆਟਾ ਨਹੀਂ ਹੈਗਾ, ਉਹਨਾਂ ਨੂੰ ਹੈਗਾ ਵੀ ਪਾਕਿਸਤਾਨ ਨੂੰ ਠੋਕਣਾ। ਠੀਕ ਹੈ ਜੀ। ਸੋ ਮਾਈਨੋਰਿਟੀ ਨੂੰ ਠੋਕਦੇ ਆ ਤਾਂ ਮੈਜੋਰਿਟੀ ਨੂੰ ਸੈਟਿਸਫੈਕਸ਼ਨ ਮਿਲਦੀ ਹੈ, ਉਹਨੂੰ ਵੱਡੇ ਹੋਣ ਦਾ ਅਹਿਸਾਸ ਮਿਲਦਾ ਕਿ ਹਮ ਭਾਰਤ ਮਹਾਨ। ਲੇਕਿਨ ਉਹ ਭੁੱਖ ਨੰਗ ਕਦੋਂ ਤੱਕ ਉਹਨਾਂ ਦੀ ਬਰਦਾਸ਼ਤ ਹੋਏਗੀ? ਆਪਣੀ ਨਾਰਿਆਂ ਦੇ ਉੱਤੇ ਕਦ ਤੱਕ ਹੋਏਗੀ? ਸੋ ਲੈਟਸ ਸੀ ਕੀ ਹੁੰਦਾ। ਸੋ ਬਹੁਤ ਬਹੁਤ ਧੰਨਵਾਦ। ਇਹ ਸਨ ਪ੍ਰੋਫੈਸਰ ਦਵਿੰਦਰ ਸਿੰਘ ਜੀ, ਜਿਨ੍ਹਾਂ ਨੇ ਦੱਸਿਆ ਖਾਸ ਤੌਰ ਦੇ ਉੱਤੇ ਕਿ ਕਿਸ ਤਰੀਕੇ ਦੇ ਨਾਲ ਸਾਰਾ ਜਿਹੜਾ ਹੈ ਉਹ ਸਿਸਟਮ ਚੱਲ ਰਿਹਾ ਹੈ, ਔਰ ਅੱਜ ਵੀ ਜਿਹੜੀ ਹੈ ਲੋਕਾਂ ਨੂੰ ਇਹ ਪਰਵਾਹ ਨਹੀਂ ਹੈਗੀ ਕਿ ਸਾਡੇ ਕੋਲ ਜੌਬਸ ਨਹੀਂ ਹੈਗੀ, ਸਾਡੇ ਕੋਲ ਆਟਾ ਨਹੀਂ ਹੈਗਾ। ਉਹਨਾਂ ਨੂੰ ਇਹੀ ਹੁੰਦਾ ਕਿ ਘੱਟ ਗਿਣਤੀਆਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਰੇਸ਼ਾਨ ਕੀਤਾ ਜਾਵੇ, ਮਾਈਨੋਰਿਟੀਜ਼ ਨੂੰ ਪਰੇਸ਼ਾਨ ਕੀਤਾ ਜਾਵੇ, ਜਿਹਦੇ ਨਾਲ ਮੈਜੋਰਟੀ ਨੂੰ ਖੁਸ਼ ਕੀਤਾ ਜਾਂਦਾ ਹੈ। ਇਸੇ ਆਧਾਰ ਦੇ ਉੱਤੇ 1984 ਦੇ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਤਾਂ ਕਿ ਜਿਹੜੀ ਦੂਜੀਆਂ ਗਿਣਤੀਆਂ ਨੇ, ਦੂਜੇ ਵਰਗ ਨੇ, ਉਹ ਇਸ ਤੋਂ ਖੁਸ਼ ਹੋ ਸਕਣ ਕਿ ਸਿੱਖਾਂ ਦਾ ਕਤਲੇਆਮ ਹੋਇਆ ਔਰ ਵੋਟਾਂ ਮੰਗਣ ਦੀ ਕੋਸ਼ਿਸ਼ ਕੀਤੀ ਗਈ। ਸੋ ਵੇਖਣਾ ਹੋਵੇਗਾ ਕਿ ਹੁਣ ਜਿਹੜਾ 1984 ਦੇ ਵਿੱਚ ਐਡਾ ਵੱਡਾ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਇਸ ਦੇ ਅਸਲ ਦੋਸ਼ੀਆਂ ਨੂੰ ਕਦੋਂ ਸਜ਼ਾ ਮਿਲਦੀ ਹੈ। ਔਰ ਵੱਡੀ ਗੱਲ ਇਹ ਹੈ ਕਿ ਆਉਣ ਵਾਲੀ ਪੀੜ੍ਹੀ ਸਿੱਖਾਂ ਦੀ 1984 ਤੋਂ ਕੀ ਸਿੱਖਿਆ ਲੈਂਦੀ ਹੈ। ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਮਨਦੀਪ ਸਿੰਘ, ਚੰਡੀਗੜ੍ਹ ਤੋਂ ਨਿਰਪੱਖ ਪੋਸਟ ਲਈ ਧੰਨਵਾਦ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।